ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਜੁੜ ਬੈਠੀ ਸਮੂਹ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੰਬਰ 1984 ਦੇ ਸਮੁੱਚੇ ਘਟਨਾਕ੍ਰਮ ਨੂੰ ਵਾਪਰਿਆ 40 ਸਾਲ ਦਾ ਸਮਾਂ ਬੀਤ ਗਿਆ। ਇਸ ਸਮੇਂ ਦੇ ਦੌਰਾਨ ਸਿੱਖਾਂ ਦੀਆਂ ਤਕਰੀਬਨ 2 ਪੀੜ੍ਹੀਆਂ ਜਿਹੜੀਆਂ ਨੇ ਉਹ ਇਸ ਨਸਲਕੁਸ਼ੀ ਦੇ ਵਰਤਾਰੇ ਤੋਂ ਬਾਅਦ ਸੰਸਾਰ ਦੇ ਵਿੱਚ ਵਿਚਰ ਰਹੀਆਂ ਨੇ ਇਸ ਵਕਤ। ਅਤੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵੱਡਾ ਘਟਨਾਕ੍ਰਮ ਵਾਪਰਦਾ ਉਹਦੇ ਬਾਰੇ ਦੇ ਵਿੱਚ ਇਹ ਗੱਲ ਅਹਿਮ ਹੁੰਦੀ ਕਿ ਉਹਦਾ ਜਿਹੜਾ ਅਸਰ ਹੈ ਉਹ ਸਿਰਫ ਉਸ ਸਮੇਂ ਤੱਕ ਸੀਮਤ ਨਹੀਂ ਹੁੰਦਾ ਕਿ ਜਿਨ੍ਹਾਂ ਲੋਕਾਂ ਦੇ ਨਾਲ ਉਹ ਵਾਪਰਿਆ ਉਹਨਾਂ ਤੱਕ ਹੀ ਸੀਮਤ ਹੋਵੇ, ਇੱਦਾਂ ਨਹੀਂ ਹੁੰਦਾ। ਸੋ ਉਹ ਇਤਿਹਾਸ ਦੇ ਵਿੱਚ ਪਿੱਛੇ ਨੂੰ ਵੀ ਜਾਂਦਾ ਕਿਉਂਕਿ ਉਹਦੀਆਂ ਜਿਹੜੀਆਂ ਜੜ੍ਹਾਂ ਨੇ, ਉਹਦੇ ਜਿਹੜੇ ਕਾਰਨ ਹੈ, ਉਹਨਾਂ ਦੀਆਂ ਜੜ੍ਹਾਂ ਇਤਿਹਾਸ ਦੇ ਵਿੱਚ ਪਿੱਛੇ ਪਈਆਂ ਹੁੰਦੀਆਂ ਨੇ। ਉਹ ਭਵਿੱਖ ਵੱਲ ਨੂੰ ਵੀ ਜਾਂਦਾ ਕਿਉਂਕਿ ਅੱਗੇ ਵੀ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਵਿਚਰਨਾ ਹੁੰਦਾ ਉਹਨਾਂ ਦੇ ਉੱਪਰ ਉਹਦੇ ਅਸਰ ਰਹਿਣੇ ਹੁੰਦੇ ਆ। ਇਸ ਕਰਕੇ ਤੁਸੀਂ ਦੇਖੋ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਘੱਲੂਘਾਰਾ ਜਾਂ ਨਸਲਕੁਸ਼ੀ ਵਾਪਰਦੀ ਹੈ ਅਤੇ ਜਿਸ ਸਮਾਜ ਦੇ ਨਾਲ ਉਹ ਵਾਪਰ ਰਹੀ ਹੁੰਦੀ, ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਆਪਣੇ ਆਪ ਹੀ ਖੁਦ ਨੂੰ ਉਸ ਘਟਨਾਕ੍ਰਮ ਦੇ ਨਾਲ ਜੋੜ ਲੈਂਦੀਆਂ। ਸੋ ਜੋ ਕੁਝ ਵੀ ਜੂਨ ਅਤੇ ਨਵੰਬਰ 1984 ਦੇ ਵਿੱਚ ਵਾਪਰਿਆ ਉਹਨੂੰ ਕਈ ਨਜ਼ਰੀਆਂ ਤੋਂ ਦੇਖਿਆ ਜਾ ਸਕਦਾ। ਇੱਕ ਨਜ਼ਰੀਆ ਜਿਹੜਾ ਸੀਗਾ ਉਹ ਇੰਡੀਆ ਦੀ ਸਰਕਾਰ ਨੇ ਦਿੱਤਾ। ਜੂਨ 1984 ਦੇ ਬਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਦਰਬਾਰ ਸਾਹਿਬ ਦੀ ਜਿਹੜੀ ਪਵਿੱਤਰਤਾ ਆ ਉਹ ਬਹਾਲ ਕੀਤੀ, ਕਿ ਬਹੁਤ ਸਾਰੇ ਜਿਹੜੇ ਗਲਤ ਅਨਸਰ ਸਰਕਾਰ ਜਿਨ੍ਹਾਂ ਨੂੰ ਕਹਿੰਦੀ ਸੀਗੀ ਕਿ ਉਹ ਦਰਬਾਰ ਸਾਹਿਬ ਦੇ ਉਸ ਸਮੂਹ ਦੇ ਵਿੱਚ ਚਲੇ ਗਏ ਸੀਗੇ ਅਤੇ ਉਹਦੇ ਕਰਕੇ ਉੱਥੋਂ ਦੀ ਪਵਿੱਤਰਤਾ ਜਿਹੜੀ ਹੈ ਗੁਰਧਾਮਾਂ ਦੀ ਉਹ ਬਰਕਰਾਰ ਨਹੀਂ ਸੀ ਰਹਿ ਰਹੀ। ਪਰ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਬੈਠਿਆਂ ਨੇ ਸਰਕਾਰ ਦੇ ਇਸ ਬਿਰਤਾਂਤ ਨੂੰ ਬਿਲਕੁਲ ਨਹੀਂ ਮੰਨਿਆ ਔਰ ਉਹਨਾਂ ਨੇ ਇਹਨੂੰ ਉਸ ਸਮੇਂ ਦੇ ਵਿੱਚ ਹੀ ਇੱਕ ਘੱਲੂਘਾਰੇ ਦੇ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ। ਨਵੰਬਰ 1984 ਦੇ ਵਿੱਚ ਜਦੋਂ ਪਹਿਲੇ ਹਫ਼ਤੇ ਦੇ ਦੌਰਾਨ ਸਿੱਖਾਂ ਦਾ ਸਾਰੇ ਇੰਡੀਆ 'ਚ ਕਤਲੇਆਮ ਹੋਇਆ, 8 ਨਵੰਬਰ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਸੀਗਾ। ਉਸ ਦਿਨ RSS ਦੇ ਇੱਕ ਵਿਚਾਰਵਾਨ ਨੇ, ਉਹਨਾਂ ਦੇ ਇੱਕ ਆਈਡੀਓਲੋਗ ਨੇ ਇੱਕ ਪਰਚਾ ਲਿਖਿਆ, ਆਤਮ ਚਿੰਤਨ ਦੇ ਕਸ਼ਣ, ਮੂਵਮੈਂਟਸ ਆਫ ਸੋਲ ਸਰਚਿੰਗ, ਹਿੰਦੀ ਦੇ ਵਿੱਚ ਉਹ ਸੀਗਾ। ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਉੱਪਰ ਉਹ ਛਾਪਿਆ ਗਿਆ। ਉਹਦੇ ਵਿੱਚ ਉਹਨੇ ਜਿਹੜੀਆਂ ਗੱਲਾਂ ਦਾ ਇਤਰਾਜ਼ ਚੱਕਿਆ ਸਿੱਖਾਂ ਦੇ ਉੱਪਰ, ਉਹਦੇ ਵਿੱਚੋਂ ਇੱਕ ਵੱਡਾ ਇਤਰਾਜ਼ ਉਹਨੇ ਇਹ ਚੱਕਿਆ ਕਿ ਸਿੱਖਾਂ ਨੇ ਜੂਨ ਦੇ ਵਿੱਚ ਜਿਹੜਾ ਹਮਲਾ ਹੋਇਆ ਸੀਗਾ ਦਰਬਾਰ ਸਾਹਿਬ ਦੇ ਉੱਪਰ, ਉਹਨੂੰ ਘੱਲੂਘਾਰਾ ਕਹਿਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਵੀ ਘੱਲੂਘਾਰਾ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੂੰ ਕਿਹਾ ਜਾਂਦਾ ਸੀਗਾ। ਉਹ ਕਹਿੰਦਾ ਕਿ ਇਹਨਾਂ ਨੇ ਉਹਦੇ ਨਾਲ ਲਿਜਾ ਕੇ ਗੱਲ ਜੋੜੀ ਅਤੇ ਇੰਦਰਾ ਗਾਂਧੀ ਨੂੰ ਅਹਿਮਦ ਸ਼ਾਹ ਅਬਦਾਲੀ ਵਾਂਗੂ ਦਿਖਾਇਆ। ਇਹ ਸਿੱਖਾਂ ਨੇ ਬਹੁਤ ਗਲਤ ਕੀਤਾ, ਇਹਨਾਂ ਨੂੰ ਇਸ ਰਸਤੇ ਨਹੀਂ ਸੀ ਪੈਣਾ ਚਾਹੀਦਾ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਸਿੱਖਾਂ ਨੇ ਉਸ ਸਮੇਂ ਵੀ ਉਹਨਾਂ ਨੇ ਉਹਨੂੰ ਘੱਲੂਘਾਰੇ ਦੇ ਵਾਂਗੂ ਹੀ ਦੇਖਣਾ ਸ਼ੁਰੂ ਕਰ ਰਿਹਾ। ਹਾਲਾਂਕਿ ਹੁਣ 40 ਸਾਲ ਬਾਅਦ ਵਿਆਪਕ ਪੱਧਰ ਦੇ ਉੱਪਰ ਇਹ ਗੱਲ ਜਿਹੜੀ ਹੈ ਕਿ ਜੂਨ 1984 ਨੂੰ ਅਸੀਂ ਤੀਜੇ ਘੱਲੂਘਾਰੇ ਦੇ ਵਜੋਂ ਯਾਦ ਕਰਦੇ ਹਾਂ। ਦੂਸਰੀ ਜਿਹੜੀ ਗੱਲ ਵਾਪਰੀ ਨਵੰਬਰ ਦੇ ਵਿੱਚ, ਉਹਦੇ ਬਾਰੇ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਪਿਛਲੇ ਸਾਰੇ ਸਮੇਂ ਦੇ ਦੌਰਾਨ ਇਸ ਗੱਲ ਦੇ ਉੱਪਰ ਜ਼ੋਰ ਲਾਇਆ ਕਿ ਨਵੰਬਰ 1984 ਦੇ ਵਿੱਚ ਕਿਉਂਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀਗਾ, ਇਸ ਕਰਕੇ ਲੋਕ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀਗੇ। ਉਹਨਾਂ ਨੇ ਗੁੱਸੇ ਦੇ ਵਿੱਚ ਆਇਆਂ ਹੋਇਆਂ ਨੇ ਅਚਾਨਕ ਹੀ ਦੰਗੇ ਕਰਨੇ ਸ਼ੁਰੂ ਕਰ ਦਿੱਤੇ। ਅਤੇ ਜਿੰਨੀ ਗੱਲਬਾਤ ਅਸੀਂ ਲਾ ਲਓ ਪਿਛਲੇ 20 ਸਾਲ ਤੋਂ ਦੇਖ ਸੁਣ ਰਹੇ, 20 ਜਾਂ 22 ਸਾਲ ਤੋਂ, ਸੋ ਉਹਦੇ ਵਿੱਚ ਇਹੀ ਬਿਰਤਾਂਤ ਪ੍ਰਮੁੱਖ ਰਿਹਾ। ਅਤੇ ਜਿੰਨੀ ਕੁ ਚਰਚਾ ਵੀ ਹੁੰਦੀ ਰਹੀ ਉਹ ਇਸ ਗੱਲ ਦੇ ਉੱਪਰ ਹੁੰਦੀ ਰਹੀ ਕਿ ਦਿੱਲੀ, ਕਾਨਪੁਰ ਅਤੇ ਬੋਕਾਰੋ, ਕਿਸੇ ਚੌਥੀ ਥਾਂ ਦਾ ਜ਼ਿਕਰ ਬਹੁਤਾ ਜ਼ਿਆਦਾ ਨਹੀਂ ਸੀ ਸੁਣੀਦਾ। ਕੁਝ ਸਮਾਂ ਪਹਿਲਾਂ ਹਰਿਆਣੇ ਦਾ ਜ਼ਿਕਰ ਜ਼ਰੂਰ ਆਇਆ ਜਦੋਂ ਹੋਂਦ ਚੱਲਣ ਵਾਲਾ ਮਾਮਲਾ ਸਾਹਮਣੇ ਆਇਆ ਸੀਗਾ, ਪਰ ਉਹਨਾਂ ਨੇ ਲਾ ਪਾ ਕੇ ਸਾਰੀ ਗੱਲ ਨੂੰ ਦਿੱਲੀ ਉੱਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ। ਦੂਜਾ, ਜਿਹੜੀ ਇਸ ਹਿੰਸਾ ਦੀ ਤਾਸੀਰ ਦੱਸੀ ਉਹਨਾਂ ਨੇ ਇਹੀ ਦੱਸੀ ਕਿ ਇੱਕ ਦੰਗੇ ਸੀਗੇ। ਦੰਗੇ ਇਸ ਕਰਕੇ ਸੀਗੇ ਕਿਉਂਕਿ ਲੋਕ ਬਹੁਤ ਜ਼ਿਆਦਾ ਭੜਕ ਗਏ ਸੀਗੇ। ਉਹਨਾਂ ਨੇ ਅਚਾਨਕ ਹੀ ਹਿੰਸਾ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ।
ਪਰ ਆਪਾਂ ਦੇਖੀਏ ਕਿ ਸਿੱਖਾਂ ਨੇ ਕਦੀ ਵੀ ਇਹਨੂੰ ਨਾ ਤਾਂ ਦਿੱਲੀ ਤੱਕ ਸੀਮਤ ਮੰਨਿਆ ਤੇ ਨਾ ਹੀ ਇਹਨੂੰ ਕਦੀ ਦੰਗਿਆਂ ਦੇ ਰੂਪ ਦੇ ਵਿੱਚ ਮੰਨਿਆ। 1986 ਦੇ ਵਿੱਚ 4 ਕਿਤਾਬਚੇ ਜਿਹੜੇ ਆ ਸੁਖਜੀਤ ਸਿੰਘ ਸੋਖੀ ਹੋਣਾ ਦੇ ਵੱਲੋਂ ਲਿਖੇ ਹੋਏ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਹੈ। ਉਹਦੇ ਵਿੱਚ ਉਹ ਸਾਰੀ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਵਾਪਰਿਆ ਸੀਗਾ, ਸਾਰੀਆਂ ਥਾਵਾਂ ਤਾਂ ਬੇਸ਼ੱਕ ਉਹਦੇ 'ਚ ਨਹੀਂ ਸੀਗੀਆਂ ਪਰ ਕਾਫੀ ਵਿਆਪਕ ਉਹਦੇ ਵਿੱਚ ਜਾਣਕਾਰੀ ਸੀਗੀ। ਸੋ ਉਹ ਉਹਨਾਂ ਨੇ ਸਿੱਖਾਂ ਦਾ ਕਤਲੇਆਮ ਨਾਂ ਦੇ ਉੱਪਰ ਉਹ 4 ਕਿਤਾਬਚੇ ਜਿਹੜੇ ਆ ਉਹ ਛਾਪੇ, ਜਿਨ੍ਹਾਂ ਦੇ ਵਿੱਚੋਂ ਇਹ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਆਈ। ਔਰ ਉਸ ਸਮੇਂ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਮੀਡੀਆ ਕੰਟਰੋਲ ਕੀਤਾ ਹੋਇਆ ਸੀਗਾ, ਉਦੋਂ ਬਹੁਤੀ ਜਾਣਕਾਰੀ ਜਿਹੜੀ ਆ ਉਹ ਅਖਬਾਰਾਂ ਦੇ ਰਾਹੀਂ ਵੀ ਨਹੀਂ ਸੀਗੀ ਸਾਹਮਣੇ ਆਈ। ਕਿਉਂਕਿ ਅਸੀਂ ਵੀ ਦੇਖਿਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਦਿਆਂ ਹੋਇਆਂ ਕਿ ਜਦੋਂ ਤੁਸੀਂ ਉਹਨਾਂ ਦਿਨਾਂ ਦੇ ਅਖਬਾਰ ਦੇਖਦੇ ਹੋ, ਉਹਨਾਂ ਅਖਬਾਰਾਂ ਦੇ ਵਿੱਚੋਂ ਤੁਹਾਨੂੰ ਮੁਕੰਮਲ ਤਸਵੀਰ ਜਿਹੜੀ ਆ ਉਹ ਨਹੀਂ ਦਿਸ ਸਕਦੀ, ਕਿਉਂਕਿ ਬਹੁਤਾਤ ਅਖਬਾਰ ਪਹਿਲਾਂ ਹੀ ਸਰਕਾਰ ਦੇ ਦਬਾਅ ਕਰਕੇ ਜਾਣਕਾਰੀ ਛਾਪ ਨਹੀਂ ਸੀ ਰਹੇ। ਜੇ ਛਾਪ ਵੀ ਰਹੇ ਸੀਗੇ ਉਹ ਇਸ ਤਰੀਕੇ ਦੇ ਨਾਲ ਜਾਣਕਾਰੀ ਛਾਪ ਰਹੇ ਸੀਗੇ ਜਿਹਦੇ ਤੋਂ ਦੇਖ ਕੇ ਇਹ ਨਹੀਂ ਸੀ ਪਤਾ ਲੱਗ ਸਕਦਾ ਪੂਰਾ ਕਿ ਚੱਲ ਕੀ ਰਿਹਾ। ਮੈਂ ਤੁਹਾਡੇ ਨਾਲ ਇੱਕ ਮਿਸਾਲ ਸਾਂਝੀ ਕਰਦਾ। 2 ਨਵੰਬਰ 1984 ਨੂੰ ਪੰਜਾਬੀ ਦੇ ਇੱਕ ਅਖਬਾਰ ਅਜੀਤ ਦੇ ਵਿੱਚ ਖਬਰ ਲੱਗਦੀ ਹੈ ਕਿ ਵੱਖ-ਵੱਖ ਘਟਨਾਵਾਂ ਦੇ ਵਿੱਚ 10 ਲੋਕਾਂ ਦੀ ਜਾਨ ਗਈ ਹੈ। 5 ਲੋਕਾਂ ਦੀ ਜਾਨ ਸ਼ੁਰੇਬਾਜ਼ੀ ਦੇ ਵਿੱਚ ਗਈ ਹੈ ਤੇ 5 ਲੋਕਾਂ ਦੀ ਜਾਨ ਹੋਰਨਾਂ ਘਟਨਾਵਾਂ ਦੇ ਵਿੱਚ ਗਈ ਹੈ। ਹੁਣ ਉਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ, ਜਿਹੜੇ ਮਰਨ ਵਾਲੇ ਆ ਉਹਨਾਂ ਦੀ ਪਛਾਣ ਕੀ ਹੈ, ਹਮਲਾ ਕਰਨ ਵਾਲਿਆਂ ਦੀ ਪਛਾਣ ਕੀ ਹੈ, ਉਹਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਨਹੀਂ ਹੈਗੀ। ਉਸ ਤੋਂ ਬਾਅਦ ਨਵੰਬਰ ਦਾ ਪਹਿਲਾ ਮਹੀਨਾ ਲੰਘ ਜਾਂਦਾ ਤੇ ਅਖਬਾਰ ਦੇ ਵਿੱਚ ਸਹਿਯੋਗ ਦੇਣ ਦੇ ਵਾਸਤੇ ਅਪੀਲਾਂ ਛਪਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਾਂ ਉਸ ਹਫ਼ਤੇ ਦੇ ਦੌਰਾਨ ਇਹ ਖਬਰਾਂ ਛਪ ਰਹੀਆਂ ਕਿ ਸਰਕਾਰ ਵੱਲੋਂ ਫੌਜ ਬੁਲਾਈ ਜਾ ਰਹੀ ਹੈ, ਹਾਲਾਤ ਨੂੰ ਕਾਬੂ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਿਤੇ ਵੀ ਇਹ ਗੱਲ ਨਹੀਂ ਸਾਹਮਣੇ ਆਉਂਦੀ ਕਿ ਇੰਨੇ ਵਿਆਪਕ ਪੱਧਰ ਦੇ ਉੱਪਰ ਸਿੱਖਾਂ ਦਾ ਕਤਲੇਆਮ ਜਿਹੜਾ ਆ ਉਹ ਇੰਡੀਆ ਦੇ ਵਿੱਚ ਵਾਪਰ ਰਿਹਾ ਆ। ਦੂਸਰੀ ਗੱਲ ਕੀ ਵਾਪਰੀ ਕਿ ਜਿਨ੍ਹਾਂ ਅਖਬਾਰਾਂ ਨੇ ਛਾਪਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਤਰ੍ਹਾਂ ਕਈ ਅੰਗਰੇਜ਼ੀ ਅਖਬਾਰਾਂ ਸੀਗੀਆਂ, ਉਹਨਾਂ ਦਾ ਬੜਾ ਹਿੱਸਾ, ਬੜੇ ਸਫ਼ੇ ਜਿਹੜੇ ਆ ਉਹ ਖਾਲੀ ਛਪੇ ਹੋਏ ਆ। ਇਹ ਗੱਲ ਹੁਣ ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਸਮਝਣੀ ਔਖੀ ਹੈ, ਜਦੋਂ ਕਿ ਅਸੀਂ ਕਿਸੇ ਵੀ ਅਖਬਾਰ ਦੀ ਖਬਰ ਸੈਂਸਰ ਹੋਈ ਹੋਵੇ ਉਹ ਦੇਖੀ ਨਹੀਂ ਹੈਗੀ। ਹੁਣ ਸੈਂਸਰਸ਼ਿਪ ਬੜੀ ਹੋਰ ਤਰ੍ਹਾਂ ਦੀ ਚੱਲ ਪਈ ਆ। ਹੁਣ ਉਹ ਪਹਿਲਾਂ ਹੀ ਟਾਲਾ ਕਰ ਜਾਂਦੇ ਆ ਛਾਪਣ ਤੋਂ, ਜਾਂ ਉਹਨੂੰ ਸਰਕਾਰ ਦਾ ਨਰੇਟਿਵ ਲੈ ਆਉਂਦੇ। ਉਸ ਸਮੇਂ ਹੁੰਦਾ ਸੀਗਾ ਕਿ ਜਿਹੜੀ ਖਬਰ ਸਰਕਾਰ ਰੋਕਦੀ ਸੀਗੀ ਉਸ ਥਾਂ ਦੇ ਉੱਪਰ ਹੋਰ ਕੋਈ ਖਬਰ ਨਹੀਂ ਸੀ ਛਪਦੀ, ਓਨੀ ਥਾਂ ਖਾਲੀ ਛੱਡ ਕੇ ਉਹਦੇ ਉੱਤੇ ਟੇਢੇ ਅੱਖਰਾਂ ਦੇ ਵਿੱਚ ਲਿਖ ਦਿੰਦੇ ਸੀਗੇ ਸੈਂਸਰਡ। ਸੋ ਬੜੀਆਂ ਅਖਬਾਰਾਂ ਇਸ ਤਰ੍ਹਾਂ ਦੀਆਂ ਸੀਗੀਆਂ, ਜਿਸ ਤਰ੍ਹਾਂ ਇੰਡੀਅਨ ਐਕਸਪ੍ਰੈਸ ਦਾ ਜ਼ਿਕਰ ਕੀਤਾ ਜਾ ਸਕਦਾ, ਉਹਦੇ 'ਚ ਕਾਫੀ ਸਾਰੀ ਥਾਂ ਜਿਹੜੀ ਆ ਉਹ ਖਾਲੀ ਛਪੀ ਹੋਈ ਸੀਗੀ, ਜਿਹਦੇ ਤੋਂ ਇਹ ਪਤਾ ਲੱਗਦਾ ਕਿ ਉਹ ਜਾਣਕਾਰੀ ਜਿਹੜੀ ਆ ਉਹ ਰੋਕੀ ਗਈ ਸੀਗੀ। ਹੁਣ ਵੀ ਜਦੋਂ ਇਹ ਜਾਣਕਾਰੀ ਦੁਬਾਰਾ ਸਾਹਮਣੇ ਆਉਣੀ ਸ਼ੁਰੂ ਹੋਈ ਤੇ ਉਸ ਸਮੇਂ ਬਹੁਤ ਜ਼ਿਆਦਾ ਸਰਗਰਮੀ ਦੇ ਵਿੱਚ ਵੀ ਜਿਹੜੀਆਂ ਸ਼ਖਸੀਅਤਾਂ ਰਹੀਆਂ, ਉਹਨਾਂ ਨੇ ਕਿਹਾ ਕਿ ਇਹ ਤਾਂ ਪਤਾ ਸੀਗਾ ਕਿ ਬੜੇ ਵਿਆਪਕ ਪੱਧਰ ਦੇ ਉੱਪਰ ਹੋਇਆ, ਪਰ ਇਹ ਨਹੀਂ ਸੀ ਪਤਾ ਕਿ ਇੰਨੇ ਜ਼ਿਆਦਾ ਵਿਆਪਕ ਪੱਧਰ ਦੇ ਉੱਪਰ ਹੋਇਆ ਕਿ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੇ ਇਸ ਇੰਡੀਆ ਦੇ ਖਿੱਤੇ ਦੇ ਵਿੱਚ ਇੰਨੀਆਂ ਥਾਵਾਂ ਦੇ ਉੱਪਰ ਇਹ ਘਟਨਾਕ੍ਰਮ ਜਿਹੜਾ ਆ ਉਹ ਵਾਪਰਿਆ ਹੋਵੇ। ਜੋ ਮੌਕੇ ਦੇ ਉੱਪਰ ਵਾਪਰ ਰਿਹਾ ਸੀਗਾ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਉਹਨੂੰ ਵੱਖਰੀ ਤਰ੍ਹਾਂ ਦੇ ਨਾਂ ਦੇਣ ਦੀ ਕੋਸ਼ਿਸ਼ ਕੀਤੀ ਗਈ, ਔਰ ਉਹਦੇ ਵਾਸਤੇ ਬੜੀ ਵੱਡੀ ਪੱਧਰ ਦੇ ਉੱਪਰ ਯਤਨ ਜਿਹੜੇ ਆ ਉਹ ਪਿਛਲੇ 40 ਸਾਲਾਂ ਦੇ ਦੌਰਾਨ ਲਗਾਤਾਰ ਰਹੇ। ਫਿਰ ਆਪਾਂ ਦੇਖੀਏ ਕਿ ਇਹ ਸਾਰੇ ਕਾਸੇ ਦੇ ਵਿੱਚ ਸ਼ਮੂਲੀਅਤ, ਇਹ ਸਾਰਾ ਕੁਝ ਲੁਕਾਉਣ ਦੇ ਵਿੱਚ ਕਿੰਨਾ ਹਿੱਸਿਆਂ ਦੀ ਰਹੀ। ਖਬਰਖਾਨੇ ਦੀ ਸ਼ਮੂਲੀਅਤ ਇਹਦੇ ਵਿੱਚ ਰਹੀ, ਸਰਕਾਰ ਦੀ ਰਹੀ, ਪ੍ਰਸ਼ਾਸਨ ਦੀ ਰਹੀ, ਕਾਲਮ ਨਵੀਸਾਂ ਦੀ ਰਹੀ। ਜਿੰਨੇ ਵੀ ਲੋਕਾਂ ਨੇ ਇਸ ਸਾਰੇ ਕਾਸੇ ਦੇ ਬਿਰਤਾਂਤ ਨੂੰ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ, ਵਿਆਖਿਆ ਕੀਤੀ, ਵਿਦਵਾਨਾਂ ਦਾ ਹਿੱਸਾ ਰਿਹਾ, ਸਾਰਿਆਂ ਨੇ ਲਗਭਗ ਉਹ ਸਰਕਾਰ ਦਾ ਜਿਹੜਾ ਘੇਰਾ ਸੀਗਾ ਉਸੇ ਦੇ ਵਿੱਚ ਹੀ। ਸਿੱਖਾਂ ਦੇ ਵਿੱਚੋਂ ਵੀ ਬਹੁਤ ਸਾਰੇ ਹਿੱਸੇ ਸੀਗੇ ਜਿਨ੍ਹਾਂ ਨੇ ਇਹਦੇ ਬਾਰੇ ਦੇ ਵਿੱਚ ਗੱਲ ਰੱਖੀ, ਪਰ ਉਹ ਵੀ ਇੱਕ ਸਮਾਂ ਪਾ ਕੇ ਹੀ ਗੱਲ ਜਿਹੜੀ ਹੈ ਉਹ ਇਸ ਜੁਰਮ ਨੂੰ, ਅਸਲੀ ਇਹਦੀ ਜਿਹੜੀ ਤਾਸੀਰ ਸੀਗੀ ਇੱਕ ਨਸਲਕੁਸ਼ੀ ਦੀ, ਉਹਦੇ ਤੱਕ ਪਛਾਣਨ ਦੇ ਵਿੱਚ ਆਈ ਹੈ। ਬਹੁਤ ਜ਼ਿਆਦਾ ਪ੍ਰਭਾਵ ਜਿਹੜਾ ਆ ਉਹ ਪਿਛਲੇ ਸਮੇਂ ਦੇ ਦੌਰਾਨ ਰਿਹਾ। ਸਿੱਖਾਂ ਦੇ ਵਿੱਚੋਂ ਇੱਕ ਵਕੀਲ ਸਾਹਿਬ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ, ਉਹਨਾਂ ਨੇ ਆਪਣੀ ਕਿਤਾਬ ਦਾ ਸਿਰਲੇਖ ਰੱਖਿਆ ਵੈਨ ਏ ਟਰੀ ਸ਼ੁੱਕ ਦਿੱਲੀ, ਕਿ ਜਦੋਂ ਇੱਕ ਦਰਖਤ ਨੇ ਦਿੱਲੀ ਹਿਲਾਈ।
पर जदों हुण असीं पढ़ते हैं, देखते हैं, खोज करते हैं, वो पता लगता कि सिर्फ दिल्ली नहीं सी हिली, ये पूरे इस उप महादीप का सारा खिता जिहड़ा आ वो हिलिया सीगा। सो मेरे कहण दा भाव ये कि ये जिहड़ा सरकार दा वरतांत सीगा वो किसी ना किसी रूप दे विच अपनी छाप सिखां दी समझ दे उपर भी छड्डदा रहा। पर इस सारे समय के दौरान 40 साल बाद अज आपां जिथे खड़े हैं कि इन्ने वड्डे मनोविग्यानक हमले दे बावजूद सिख अज इस स्थिति दे विच हैगे है कि उन्होंने ये गल ना सिर्फ आप मन्नी है बल्कि दुनिया दे विच भी ये गल अज दुनिया दीयां सरकारां जिहड़ियां ने वो मन रही हैं। किन्नियां जिहड़ियां स्टेट असैंबलीज़ ने पश्चिमी मुल्कों दियां, खास करके कनेडा ते अमरीका दियां, उन्होंने पिछले सालों के दौरान मते जिहड़े है वो बकायदा प्रवान किए कि जो कुछ नवंबर 1984 के विच वापरिया वो जिहड़ी यूनाइटेड नेशनस की कन्वेंशन आ जैनोसाइड की 1948 की उहदी परिभाषा के मुताबिक यह नस्लकुशी बनती है। अज भी जिस दिन आपां 26 अक्तूबर को ये गलबात कर रहे हैं, लंघे दिन अमरीका की जिहड़ी संसद है उहदे विच मता जिहड़ा आ वो पेश होया आ, अजे वो प्रवान होना बाकी है। पर अमरीका की संसद दे विच उन्हां दे हाउस ऑफ रिप्रजेंटेटिव्स दे विच एक मता जिहड़ा आ वो पेश होया जिहदे विच ये गल कही गई कि नवंबर 1984 च जो वापरिया वो एक नस्लकुशी सीगी। सो ये गल है कि एक नज़रिया सानू मिलता जिहदे विच तुसीं अपनी गल दुनिया के सामने रख सकते हो। हुण इस घटनाक्रम नूं असीं अपने नुकता निगाह तो किवें देखना है, उहदे वास्ते 2-3 दृष्टियां साडे कोल सामने आंदियां ने। एक तां आउंदी है कि असीं उहनूं बिल्कुल अपनी परंपरा के अनुसार एक घल्लूघारे दे वजों देखना है। जिस तरह इतिहास दे विच पिछे घल्लूघारे वापरे सीगे उस तरह ही जून ते नवंबर दे विच ये एक हुकूमत के वलों सिखां दा घाण बच्चा पीड़न के वास्ते इस तरीके दे नाल हमला किया गया। दूसरी जिहड़ी दृष्टि मिलती है वो ये मिलती है कि जिहड़ा इस जुर्म की एक कौमांतरी कानून दे विच तासीर बनती है वो बनती है नस्लकुशी की, क्योंकि ये जिहड़ा जुर्म भी है नस्लकुशी का ये बुनियादी रूप दे विच यही है कि जदों तुसीं किसी भाईचारे नूं किसी मनुखी समूह नूं उन्हां दी आपदी पछाण मेटण दे वास्ते उन्हां दे उपर हमलावर हुंदे हो ते वो नस्लकुशी का जुर्म बनता है। मोटे रूप दे विच जिहड़ी परिभाषा है उन्होंने सादे लफ्ज़ां 'च यह कहा जा सकता है। हुण मिसाल दे वजों यहूदियों का कतलेआम होया, रवांडा दे विच तुत्सियां का कतलेआम होया, कंबोडिया दे विच जैनोसाइड होया, सिखां दी नस्लकुशी हुई। उत्थे जिहड़े लोकां नूं मारिया जा रहा है वो उन्होंने निजी गुण दोष करके नहीं मारिया जा रहा कि जेकर एक यहूदी नूं मारिया जा रहा है या एक तुत्सी नूं मारिया जा रहा है या इंडिया दे विच नवंबर 1984 च किसी सिख का कतल किया गया, वो इस करके नहीं किया गया कि उन्हें खुद कुछ माड़ा या चंगा या किसी नूं कुछ लगन जोग इतराज़योग किया सीगा, वो इस करके मारिया गया क्योंकि वो एक भाईचारे का हिस्सा सीगा। कोई यहूदी इस करके कतल होया क्योंकि वो यहूदी सी, कोई तुत्सी इस सिर्फ इस करके कतल होया क्योंकि वो तुत्सी सी, ते सिखां नूं सिर्फ इस करके कतल किया गया क्योंकि वो सिख सी। ते इस मंशा दे नाल किया गया कि इन्हां नूं खत्म करना, इस करके एक जैनोसाइड का क्राइम बनता है। सो जदों असीं घल्लूघारे दे वजों देखते हैं ਉਹਦੇ ਨਾਲ फर्क ये पैंदा आ कि असीं अपना एक रिस्पॉन्स मिथदे हैं कि असीं इस हालात नूं मुखातब किवें होना। वो इतिहास दे विच असीं ये गल देखी है कि जदों भी सिखां दे नाल घल्लूघारे वापरे तो उन्होंने सदा अपना जाहो जलाल जिहड़ा आ वो प्रचंड किया, और जिहड़े दोखी सीगे, जिहड़े दोषी सीगे, जिहड़े जाबर सीगे, जालम सीगे, उन्हां दे नाल न्याय करन दी जिम्मेवारी जिहड़ी है वो अपने हत्थ दे विच लई। सो दूसरी जदों असीं गल करदे आ एक नस्लकुशी दे वजों देखण दी, जिहड़े कि हुण दे हालात ने उन्हां दे मुताबिक ये है कि तुसीं संसार दे सामने एक सच्चाई नूं बयान करना है, जो कुछ अपने नाल वापरिया उन्होंने दसना है, तो जिन्हां ने कीता उन्हां दे बारे दे विच भी हकीकत जिहड़ी आ वो दुनिया दे सामने रखनी है। तीजा नज़रिया जिहड़ा उभरिया वो उभरिया सीगा, उन्होंने आपां इंडियन दृष्टिकोण कह सकते हैं।
ਉਹਦੇ ਵਿੱਚ ਉਹਨਾਂ ਨੇ ਦੰਗਿਆਂ ਦੇ ਵਜੋਂ ਪ੍ਰਭਾਸ਼ਿਤ ਕੀਤਾ, ਜਿਹਦੇ ਵਿੱਚੋਂ ਕੀ ਰਿਸਪੌਂਸ ਨਿਕਲ ਕੇ ਆਇਆ। ਇੱਕ ਤਾਂ ਇਹ ਨਿਕਲ ਕੇ ਆਇਆ ਕਿ ਤੁਸੀਂ ਮੁਆਵਜ਼ੇ ਲੈ ਲਓ। ਉਹ ਆਪਾਂ ਪਿਛਲੇ ਸਾਰੇ ਸਮੇਂ ਦੇ ਦੌਰਾਨ ਦੇਖਿਆ ਇੰਡੀਆ ਦੇ ਵਿੱਚ ਪਿਛਲੇ 40 ਸਾਲਾਂ ਦੇ ਦੌਰਾਨ ਇੱਦਾਂ ਤਾਂ ਹੋਇਆ ਨਹੀਂ ਕਿ ਸਿਰਫ ਉਸੇ ਪਾਰਟੀ ਦੀ ਸਰਕਾਰ ਹੀ ਰਹੀ ਹੋਵੇ, ਜਿਹੜੀ ਪਾਰਟੀ ਦੀ ਸਰਕਾਰ ਉਸ ਵੇਲੇ ਸੀਗੀ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ। ਪਿਛਲੇ ਸਾਰੇ ਸਮੇਂ ਦੇ ਦੌਰਾਨ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ, ਵੱਖ-ਵੱਖ ਰੰਗ ਰੂਪ ਵਾਲੀਆਂ ਸਰਕਾਰਾਂ ਰਹੀਆਂ ਨੇ, ਪਰ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਇਸ ਜੁਰਮ ਨੂੰ ਇਹਦੀ ਅਸਲੀ ਤਾਸੀਰ ਦੇ ਵਿੱਚ ਪਛਾਣਨ ਦੀ ਜਾਂ ਪੇਸ਼ ਕਰਨ ਦੀ, ਉਹਦੇ ਮੁਤਾਬਕ ਕਾਰਵਾਈ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਨਹੀਂ ਕੀਤੀ। ਤੇ ਦੂਸਰਾ ਇਹ ਆਇਆ ਹੁਣ ਜਿਹੜਾ ਕੁਝ ਪਿਛਲੇ ਸਮੇਂ ਦੇ ਦੌਰਾਨ ਵਾਪਰਿਆ ਆ, ਉਹ ਇਹ ਵਾਪਰਿਆ ਕਿ ਕੁਝ ਇੱਕ 94 ਬੰਦਿਆਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਅਦਾਲਤਾਂ ਦੇ ਵਿੱਚੋਂ ਸਜ਼ਾਵਾਂ ਕਰਵਾ ਕੇ ਤੇ ਇਹ ਦਿਖਾਇਆ ਜਾਵੇ ਕਿ ਇੰਡੀਆ ਬਹੁਤ ਜ਼ਿਆਦਾ ਇੱਕ ਨਿਆਂਪੂਰਨ ਮੁਲਕ ਹੈਗਾ ਆ, ਕਿ ਜਿੱਥੇ ਇੰਨੇ ਲੰਬੇ ਸਮੇਂ ਬਾਅਦ ਵੀ ਜਿਹੜੀਆਂ ਸਜ਼ਾਵਾਂ ਨੇ ਉਹ ਹੋ ਰਹੀਆਂ ਨੇ। ਹੁਣ ਦੋ ਤਰ੍ਹਾਂ ਦੇ ਇਹਦੇ ਵਿੱਚ ਪੱਖ ਜਿਹੜੇ ਆ ਉਹ ਸਾਹਮਣੇ ਆਉਂਦੇ ਆ। ਇੱਕ ਤਾਂ ਇੰਡੀਆ ਦੇ ਵਿੱਚ ਵੱਖ-ਵੱਖ ਸਰਕਾਰਾਂ ਦਾ ਨਜ਼ਰੀਆ ਸਾਹਮਣੇ ਆਉਂਦਾ ਆ, ਤੇ ਇੱਕ ਇੰਡੀਆ ਦੀ ਸਟੇਟ ਦਾ ਨਜ਼ਰੀਆ ਸਾਹਮਣੇ ਆਉਂਦਾ। ਸੋ ਜਿੰਨਾ ਸਮਾਂ ਕਾਂਗਰਸ ਦੀ ਸਰਕਾਰ ਰਹੀ, ਉਹਨਾਂ ਨੇ ਇਹ ਗੱਲ ਨੂੰ ਮੁਕੰਮਲ ਤੌਰ ਦੇ ਉੱਪਰ ਯਕੀਨੀ ਬਣਾਇਆ ਕਿ ਜਿਹੜੇ ਬੰਦਿਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀਗਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋਵੇ। ਇਸ ਦੇ ਉਲਟ ਉਹਨਾਂ ਨੇ ਹਰ ਉਸ ਬੰਦੇ ਨੂੰ ਜਿੱਥੇ ਵੀ ਸੰਭਵ ਸੀਗਾ ਉਹਨੂੰ ਸਿਆਸੀ ਅਹੁਦੇ ਦਿੱਤੇ, ਉਹਨੂੰ ਤਾਕਤ ਦੇ ਵਿੱਚ ਰੱਖਿਆ, ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਲਿਜਾ ਕੇ ਬਿਠਾਇਆ, ਸੱਤਾ ਦਾ ਤਾਕਤ ਦਾ ਹਿੱਸਾ ਬਣਾ ਕੇ ਰੱਖਿਆ। ਜਿਹੜੀਆਂ ਜ਼ਿਆਦਾ ਚਰਚਾ ਦੇ ਵਿੱਚ ਨਾਮ ਆਉਂਦੇ ਰਹੇ, ਜਿਸ ਤਰ੍ਹਾਂ ਸੱਜਣ ਕੁਮਾਰ ਦਾ, ਜਗਦੀਸ਼ ਟਾਈਟਲਰ ਦਾ, ਕਮਲਨਾਥ ਦਾ, ਉਹਨਾਂ ਦੀ ਸਰਕਾਰ ਦੀ ਜਿਹੜੀ ਪਹੁੰਚ ਆ ਉਹ ਬਿਲਕੁਲ ਸਾਹਮਣੇ ਸੀਗੀ। ਜਦੋਂ ਦੂਸਰੀ ਪਿੱਪਰਵਾਦੀ ਧਿਰ ਦੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੇ ਇਹ ਦਿਖਾਉਣ ਦੇ ਵਾਸਤੇ ਕਿ ਅਸੀਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਾਂਗੇ, ਉਹਨਾਂ ਨੇ ਇੱਕ ਨਾਨਾਵਤੀ ਕਮਿਸ਼ਨ ਬਿਠਾਇਆ। ਸੋ ਉਹਨੇ ਆਪ ਦੀਆਂ ਜਿਹੜੀਆਂ ਨੇ ਉਹ ਰਿਕਮੈਂਡੇਸ਼ਨਸ ਦਿੱਤੀਆਂ। ਉਹਨੇ ਚਿਰ ਤੱਕ ਸਰਕਾਰ ਬਦਲ ਗਈ ਸੀਗੀ, ਦੂਸਰੀ ਸਰਕਾਰ ਆਈ, ਉਹਨਾਂ ਨੇ ਉਹਦੇ ਉੱਪਰ ਉਸ ਤਰ੍ਹਾਂ ਕਾਰਵਾਈ ਨਹੀਂ ਕੀਤੀ। 2014 ਤੋਂ ਬਾਅਦ ਦੁਬਾਰਾ ਫੇਰ ਇਹ ਆਏ ਤਾਂ ਇਹਨਾਂ ਨੇ ਉਹਨਾਂ ਬੰਦਿਆਂ ਦੇ ਖਿਲਾਫ ਜਿਹੜੇ ਮੁਕੱਦਮੇ ਸੀਗੇ ਉਹ ਚਲਾਉਣੇ ਸ਼ੁਰੂ ਕੀਤੇ, ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਮੁਕੱਦਮਾ ਜਿਹੜਾ ਆ ਉਹ ਸੱਜਣ ਕੁਮਾਰ ਦੇ ਖਿਲਾਫ ਚੱਲਿਆ ਤੇ ਹੁਣ ਜਿਹੜਾ ਆ ਉਹ ਜਗਦੀਸ਼ ਟਾਈਟਲਰ ਦੇ ਖਿਲਾਫ ਚੱਲਿਆ। ਸੋ ਇਹਦੇ ਰਾਹੀਂ ਸਟੇਟ ਇੱਕ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਡੀਆ ਇੱਕ ਨਿਆਂਪੂਰਨ ਮੁਲਕ ਹੈ, ਜਿੱਥੇ ਭਾਵੇਂ 35 ਸਾਲ ਪਹਿਲਾਂ, 40 ਸਾਲ ਪਹਿਲਾਂ ਕਿਸੇ ਨੇ ਜ਼ੁਰਮ ਕੀਤਾ ਹੋਵੇ ਉਹਨੂੰ ਸਜ਼ਾ ਮਿਲੂਗੀ। ਪਰ ਆਪਾਂ ਦੇਖੀਏ ਕਿ ਇੱਕ ਗੱਲ ਤਾਂ ਇਹ ਕਿ ਇੰਡੀਆ ਦੇ ਕਾਨੂੰਨ ਦੇ ਵਿੱਚ ਕੋਈ ਵੀ ਅਜਿਹੀ ਧਾਰਾ ਨਹੀਂ ਹੈ ਜਿਹਦੇ ਵਿੱਚ ਨਸਲਕੁਸ਼ੀ ਨੂੰ ਜੁਰਮ ਮੰਨਿਆ ਗਿਆ ਹੋਵੇ, ਕੋਈ ਨਹੀਂ ਹੈ। ਹਾਲਾਂਕਿ 1948 ਦੇ ਵਿੱਚ ਜਦੋਂ ਜੈਨੋਸਾਈਡ ਕਨਵੈਨਸ਼ਨ ਪਾਸ ਹੁੰਦੀ ਹੈ ਤਾਂ ਉਦੋਂ ਸਾਰੀਆਂ ਜਿੰਨੀਆਂ ਧਿਰਾਂ ਉਹਦੇ ਉੱਪਰ ਦਸਤਖਤ ਕਰਦੀਆਂ ਨੇ ਉਹ ਇਸ ਗੱਲ ਦੇ ਉੱਪਰ ਸਹਿਮਤੀ ਦਿੰਦੀਆਂ ਕਿ ਅਸੀਂ ਆਪਣੇ ਕਾਨੂੰਨ ਦੇ ਵਿੱਚ ਅਜਿਹੇ ਪ੍ਰੋਵੀਜ਼ਨ ਜਾਂ ਅਜਿਹੀਆਂ ਮੱਦਾਂ ਲੈ ਕੇ ਆਵਾਂਗੇ ਕਿ ਨਸਲਕੁਸ਼ੀ ਨੂੰ ਇੱਕ ਜੁਰਮ ਮੰਨਿਆ ਜਾਵੇ ਤੇ ਇਹਨੂੰ ਰੋਕਣ ਦੇ ਵਾਸਤੇ, ਤੇ ਜੇ ਕੋਈ ਕਰਦਾ ਆ ਉਹਨੂੰ ਸਜ਼ਾ ਦੇਣ ਦੇ ਵਾਸਤੇ ਕਾਨੂੰਨ ਜਿਹੜੇ ਆ ਉਹ ਬਣਾਏ ਜਾਣ। ਪਰ ਅੱਜ ਤੱਕ ਇੰਡੀਆ ਦੇ ਵਿੱਚ ਅਜਿਹਾ ਕੋਈ ਵੀ ਕਾਨੂੰਨ ਜਿਹੜਾ ਆ ਉਹ ਨਹੀਂ ਹੈਗਾ। ਜਿਹੜੇ ਹੁਣ ਆਹ IPC ਨੂੰ ਬਦਲ ਕੇ ਇਹਨਾਂ ਨੇ ਭਾਰਤੀ ਨਿਆਂ ਸੰਹਿਤਾ ਕੀਤਾ, ਬਾਕੀ ਸਾਰੇ ਜਿੰਨੇ ਫੌਜਦਾਰੀ ਦੇ ਕਾਨੂੰਨ ਸੀਗੇ ਉਹ ਬਦਲੇ ਆ, ਉਹਦੇ ਵਿੱਚ ਵੀ ਇਹਨਾਂ ਨੇ ਬਿਲਕੁਲ ਇਸ ਤਰ੍ਹਾਂ ਦੀ ਕੋਈ ਵੀ ਮੱਦ ਜਿਹੜੀ ਆ ਉਹ ਨਹੀਂ ਪਾਈ ਜਿਹਦੇ ਤਹਿਤ ਦੋ ਵੱਡੇ ਜੁਰਮ, ਇੱਕ ਨਸਲਕੁਸ਼ੀ ਤੇ ਦੂਸਰਾ ਮਨੁੱਖਤਾ ਦੇ ਖਿਲਾਫ ਜੁਰਮ, ਜੈਨੋਸਾਈਡ ਐਂਡ ਕ੍ਰਾਈਮ ਅਗੇਂਸਟ ਹਿਊਮੈਨਿਟੀ, ਇਹ ਦੋਵੇਂ ਇੰਡੀਆ ਦੇ ਵਿੱਚ ਜੁਰਮ ਹੋਣ। ਸੋ ਇੱਕ ਸਵਾਲ ਤਾਂ ਇਹਦੇ ਵਿੱਚੋਂ ਇਹ ਉੱਠਦਾ ਆ ਕਿ ਜਦੋਂ ਤੁਸੀਂ ਕਿਸੇ ਜੁਰਮ ਨੂੰ ਹੀ ਨਹੀਂ ਮੰਨ ਰਹੇ ਤਾਂ ਉਹਦੇ ਵਾਸਤੇ ਨਾ ਤਾਂ ਤੁਸੀਂ ਕਿਸੇ ਨੂੰ ਸਜ਼ਾ ਦੇ ਸਕਦੇ ਹੋ ਤੇ ਨਾ ਹੀ ਕਿਸੇ ਨੂੰ ਤੁਸੀਂ ਉਸ ਪੱਖ ਦੇ ਵਿੱਚ ਨਿਆਂ ਦੇ ਸਕਦੇ ਹੋ। ਦੂਸਰੀ ਗੱਲ ਜਿਹੜੀ ਆ ਉਹ ਇਹ ਦੇਖੀ ਜਾਵੇ ਕਿ ਜਿਹੜੀ ਸਰਕਾਰ ਹੈ ਉਹਦੀ ਹਾਲ ਦੀ ਘੜੀ ਇਸ ਤਰ੍ਹਾਂ ਦੀ ਇੱਛਾ ਹੈਗੀ ਕਿ ਕੁਝ ਇੱਕ 94 ਮਾਮਲਿਆਂ ਦੇ ਵਿੱਚ ਕੋਈ ਕਾਰਵਾਈ ਕਰਕੇ ਇਹ ਪ੍ਰਭਾਵ ਸਿਰਜਿਆ ਜਾਵੇ ਕਿ ਇੰਡੀਆ ਦੇ ਵਿੱਚ ਚਾਹੇ ਜਿੰਨੇ ਮਰਜ਼ੀ ਪੁਰਾਣੇ ਮਾਮਲੇ ਹੋਣ, ਜੇ ਕੋਈ ਜੁਰਮ ਹੋਇਆ ਤਾਂ ਉਹ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ ਸਜ਼ਾ। ਚੰਗੀ ਗੱਲ ਆ, ਇਸ ਗੱਲ ਤੋਂ ਤੇ ਕਦੀ ਕਿਸੇ ਨੇ ਇਨਕਾਰ ਨਹੀਂ ਕੀਤਾ। ਅਸੀਂ ਤਾਂ ਬੜੇ ਚਿਰ ਤੋਂ ਇਹ ਗੱਲ ਕਹਿੰਦੇ ਆ ਕਿ ਜੇਕਰ ਜੈਨੋਸਾਈਡ ਦੇ ਮਾਮਲੇ ਦੇ ਵਿੱਚ ਨਿਆਂ ਨਹੀਂ ਹੋਇਆ ਤਾਂ ਇਹ ਇੰਡੀਅਨ ਸਰਕਾਰ ਦਾ ਫੇਲਿਅਰ ਹੈ।
ਸੋ ਇੰਡੀਆ ਦੀ ਸਰਕਾਰ ਆਪਣੀ ਨਾਕਾਮੀ ਨੂੰ ਜੇ ਅੰਸ਼ਕ ਰੂਪ ਦੇ ਵਿੱਚ ਖਤਮ ਕਰਨਾ ਚਾਹੁੰਦੀ ਹੈ ਜਾਂ ਸੁਧਾਰਨਾ ਚਾਹੁੰਦੀ ਹੈ, ਇਹਦੇ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ। ਪਰ ਜਿਹੜਾ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਬਿਲਕੁਲ ਗਲਤ ਹੈ। ਕਿਉਂਕਿ ਜਦੋਂ ਅਸੀਂ ਸਟੇਟ ਦੀ ਪਾਲਿਸੀ ਦੇਖਦੇ ਹਾਂ ਤਾਂ ਉਹ ਬਿਲਕੁਲ ਇਹਦੇ ਤੋਂ ਉਲਟ ਨਜ਼ਰ ਆਉਂਦੀ ਹੈ। ਉਹ ਆਪਣੇ ਉਸ ਬਿਰਤਾਂਤ ਦੇ ਉੱਪਰ ਬਿਲਕੁਲ ਅੜੇ ਹੋਏ ਹੈ ਕਿ ਇਹ ਦੰਗੇ ਸੀਗੇ, ਔਰ ਇਹਦੇ ਤੋਂ ਵੀ ਜ਼ਿਆਦਾ ਉਹ ਇਸ ਗੱਲ ਦੇ ਉੱਪਰ ਜ਼ੋਰ ਦਿੰਦੇ ਆ ਕਿ ਇਹ ਸਿਰਫ ਦਿੱਲੀ ਦੇ ਤੱਕ ਹੀ ਸੀਮਤ ਸੀਗਾ। ਤੁਸੀਂ ਦੇਖੋ ਪਿਛਲੇ ਸਮੇਂ ਦੇ ਦੌਰਾਨ ਅਮਰੀਕਾ ਦੀ ਇੱਕ ਸਟੇਟ ਹੈ ਕਨੈਕਟੀਕਟ, ਉਹਨਾਂ ਦੇ ਵੱਲੋਂ ਸਿੱਖ ਜੈਨੋਸਾਈਡ ਦਾ ਜਿਹੜਾ ਮਤਾ ਆ ਉਹ ਪ੍ਰਵਾਨ ਕੀਤਾ ਗਿਆ ਅਤੇ ਉਹਨਾਂ ਨੇ ਇਹ ਗੱਲ ਕਹੀ ਕਿ ਨਵੰਬਰ ਦਾ ਮਹੀਨਾ ਜਿਹੜਾ ਆ ਇਹਨੂੰ ਸਿੱਖ ਜੈਨੋਸਾਈਡ ਅਵੇਅਰਨੈਸ ਮੰਥ ਦੇ ਵਜੋਂ ਮਨਾਇਆ ਜਾਊਗਾ ਅਤੇ 1 ਤਰੀਕ ਨੂੰ ਅਸੀਂ ਮਤਲਬ 1 ਨਵੰਬਰ ਨੂੰ ਸਰਕਾਰੀ ਤੌਰ ਦੇ ਉੱਪਰ ਉਸ ਸਟੇਟ ਦੇ ਵਿੱਚ ਜਿਹੜਾ ਸਮਾਗਮ ਹੈ ਉਹ ਰੱਖੇ ਜਾਣਗੇ, ਜਿਹਦੇ ਵਿੱਚ ਅਸੀਂ ਮਤਲਬ ਸਿੱਖ ਨਸਲਕੁਸ਼ੀ ਦੇ ਬਾਰੇ ਦੇ ਵਿੱਚ ਜਾਗਰੂਕਤਾ ਜਿਹੜੀ ਹੈ ਉਹ ਦਿਆ ਕਰਾਂਗੇ ਅਤੇ ਅਸੀਂ ਇਹਨੂੰ ਨਸਲਕੁਸ਼ੀ ਮੰਨਦੇ ਹਾਂ। ਇੰਡੀਆ ਦੇ ਹਾਈ ਕਮਿਸ਼ਨ ਨੇ ਉਸ ਮਤੇ ਨੂੰ ਰੋਕਣ ਦੇ ਵਾਸਤੇ ਪੂਰਾ ਜ਼ਿਆਦਾ ਜ਼ੋਰ ਲਾਇਆ, ਇੱਥੋਂ ਤੱਕ ਲਾਇਆ ਕਿ ਜਿਹੜੇ ਸੈਨੇਟਰ ਜਾਂ ਜਿਹੜੇ ਉੱਥੋਂ ਦੇ ਪੋਲੀਟੀਸ਼ੀਅਨ ਸੀਗੇ ਜਿਹੜੇ ਇਸ ਮਤੇ ਨੂੰ ਲਿਆਉਣ ਦੇ ਵਾਸਤੇ ਸਾਰੀ ਅਗਵਾਈ ਕਰ ਰਹੇ ਸੀਗੇ, ਉਹਨਾਂ ਨੂੰ ਚਿੱਠੀਆਂ ਭੇਜੀਆਂ ਗਈਆਂ, ਉਹਨਾਂ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਅਤੇ ਜਿਸ ਦਿਨ ਕਨੈਕਟੀਕਟ ਦੇ ਰਾਜ ਭਵਨ ਦੇ ਵਿੱਚ ਸਮਾਗਮ ਸੀਗਾ ਸਿੱਖ ਨਸਲਕੁਸ਼ੀ ਜਾਗਰੂਕਤਾ ਦਿਹਾੜੇ ਦੇ ਸੰਬੰਧੀ, ਉਸ ਦਿਨ ਉੱਥੇ ਉਹਨਾਂ ਦੀ ਜਿਹੜੀ ਇੱਕ ਸਿਆਸਤਦਾਨ ਸੀਗੀ ਕੈਥੀ ਆਸਟਿਨ, ਉਹਨੇ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਕਿਹਾ, ਉਹ ਕਹਿੰਦੀ ਕਿ ਇੰਡੀਅਨ ਹਾਈ ਕਮਿਸ਼ਨ ਦੇ ਵੱਲੋਂ ਮੈਨੂੰ ਚਿੱਠੀ ਭੇਜੀ ਗਈ ਹੈ ਅਤੇ ਚਿੱਠੀ ਭੇਜ ਕੇ ਉਹ ਕਹਿੰਦੀ ਵੀ ਇਹ ਜਿਹੜੀ ਚਿੱਠੀ ਦੀ ਮੇਰੀ ਨਜ਼ਰ ਦੇ ਵਿੱਚ ਕੋਈ ਕੀਮਤ ਨਹੀਂ ਹੈਗੀ ਸਿਵਾਏ ਇਸ ਗੱਲ ਦੇ ਕਿ ਇਹ ਇੱਕ ਡਾਕੂਮੈਂਟ ਆਫ ਡਿਨਾਇਲ ਹੈ। ਉਹ ਕਹਿੰਦੀ ਕਿ ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਜਿੱਥੇ ਵੀ ਇਸ ਤਰ੍ਹਾਂ ਦੇ ਮਹਾਂ ਜੁਰਮ ਵਾਪਰੇ ਨੇ, ਇਹ ਜੁਰਮ ਕਰਨ ਵਾਲੀ ਜਿਹੜੀ ਸਰਕਾਰ ਹੁੰਦੀ ਜਾਂ ਕਰਨ ਵਾਲੀ ਧਿਰ ਹੁੰਦੀ ਹੈ ਉਹ ਸਦਾ ਹੀ ਇਹਦੇ ਤੋਂ ਮੁਨਕਰ ਹੁੰਦੀ ਹੈ। ਉਹ ਕਹਿੰਦੀ ਕਿ ਸਾਨੂੰ ਪਤਾ ਕਿ ਅਜੇ ਵੀ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਹੜੇ ਕਹਿੰਦੇ ਕਿ ਯਹੂਦੀਆਂ ਦੇ ਨਾਲ ਜੋ ਕੁਝ ਵਾਪਰਿਆ ਉਹ ਕਦੀ ਵਾਪਰਿਆ ਹੀ ਨਹੀਂ ਸੀਗਾ। ਰਵਾਂਡਾ ਦੇ ਵਿੱਚ 100 ਦਿਨਾਂ ਦੇ ਵਿੱਚ 8 ਤੋਂ 10 ਲੱਖ ਜਿਹੜੇ ਕਤਲ ਹੋਏ ਕਹੇ ਜਾਂਦੇ ਉਹ ਹੋਏ ਹੀ ਨਹੀਂ ਸੀਗੇ। ਇਸੇ ਤਰ੍ਹਾਂ ਹੀ ਉਹ ਕਹਿੰਦੀ ਇਹ ਇੱਕ ਡਾਕੂਮੈਂਟ ਆਫ ਡਿਨਾਇਲ ਆ, ਇਸ ਤੋਂ ਵੱਧ ਅਹਿਮੀਅਤ ਨਹੀਂ ਹੈਗੀ। ਅਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਉਹਨਾਂ ਨੇ ਕਿ ਜਿਹੜੇ ਇਹ ਲੋਕ ਤੁਹਾਨੂੰ ਮਿਸਗਾਈਡ ਕਰਕੇ ਮਤਾ ਪਾਸ ਕਰਵਾ ਰਹੇ ਆ, ਅਸਲ ਦੇ ਵਿੱਚ ਇਹ ਐਂਟੀ ਇੰਡੀਆ ਲੋਕ ਨੇ ਅਤੇ ਇਹਨਾਂ ਦਾ ਜਿਹੜਾ ਤਾਲੁਕ ਹੈ ਉਹ ਸੋ ਕਾਲਡ ਸਿੱਖ ਐਕਸਟਰੀਮਿਜ਼ਮ ਦੇ ਨਾਲ ਹੈ। ਸੋ ਇਹੀ ਗੱਲ ਜਿਹੜੀ ਆ ਉਹ ਜੈਨੋਸਾਈਡ ਸਟੱਡੀਜ਼ ਦਾ ਇੱਕ ਬੜਾ ਵੱਡਾ ਵਿਦਵਾਨ ਜਿਹਨੇ ਸਟੇਜਿਸ ਆਫ ਜੈਨੋਸਾਈਡ ਦੀ ਥਿਊਰੀ ਦਿੱਤੀ, ਗ੍ਰੈਗਰੀ ਐਚ ਸਟੈਂਟਨ, ਉਹ ਵੀ ਇਹ ਗੱਲ ਕਹਿੰਦਾ ਕਿ ਜਿਹੜੇ ਤਰੀਕੇ ਅਪਣਾਏ ਜਾਂਦੇ ਨੇ ਮੁਨਕਰ ਹੋਣ ਦੇ ਵਾਸਤੇ ਨਸਲਕੁਸ਼ੀ ਤੋਂ, ਉਹਦੇ ਵਿੱਚੋਂ ਇੱਕ ਪ੍ਰਮੁੱਖ ਤਰੀਕਾ ਇਹ ਹੁੰਦਾ ਕਿ ਤੁਸੀਂ ਕੁਐਸਚਨ ਦ ਮੋਟਿਵਸ ਆਫ ਟਰੁਥ ਟੈਲਰਸ। ਜਿਹੜੇ ਲੋਕ ਹਕੀਕਤ ਬਿਆਨ ਕਰਦੇ ਨੇ, ਜਿਹੜੇ ਲੋਕ ਸੱਚਾਈ ਨੂੰ ਦੱਸਦੇ ਆ, ਉਹਨਾਂ ਦੀ ਮਨਸ਼ਾ ਦੇ ਉੱਪਰ ਸਵਾਲ ਚੱਕੇ ਜਾਂਦੇ ਆ। ਇਹ ਕਿਹਾ ਜਾਂਦਾ ਕਿ ਇਹ ਤਾਂ ਸਰਕਾਰ ਵਿਰੋਧੀ ਲੋਕ ਨੇ ਤਾਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਆ। ਸੋ ਦੂਸਰੀ ਮਿਸਾਲ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦਾ ਉਹ ਹੈਗੀ ਪੈਂਸਿਲਵੇਨੀਆ ਦੀ। ਪੈਂਸਿਲਵੇਨੀਆ ਦੀ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਹੁੰਦਾ ਆ। ਉਹ ਬਿੱਲ ਪੇਸ਼ ਹੁੰਦਾ ਅਤੇ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਕਿ ਜੋ ਕੁਝ ਵੀ ਨਵੰਬਰ 1984 ਦੇ ਵਿੱਚ ਵਾਪਰਿਆ ਇਹ ਇੱਕ ਜੈਨੋਸਾਈਡ ਸੀਗਾ ਅਤੇ ਅਸੀਂ ਮਤਲਬ ਇਹਦੇ ਵਾਸਤੇ 1 ਨਵੰਬਰ ਨੂੰ ਸਿੱਖ ਜੈਨੋਸਾਈਡ ਅਵੇਅਰਨੈਸ ਡੇ ਜਿਹੜਾ ਆ ਉਹ ਮਨਾਇਆ ਕਰਾਂਗੇ। ਇੰਡੀਆ ਦੇ ਵੱਲੋਂ ਇਹ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਬਿੱਲ ਨੂੰ ਪਾਸ ਹੋਣ ਤੋਂ ਰੋਕਿਆ ਜਾਵੇ, ਪਰ ਉਹ ਪਾਸ ਨਹੀਂ ਹੁੰਦਾ। ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਹੁੰਦਾ ਆ, ਉਸ ਤੋਂ ਬਾਅਦ ਦੇ ਵਿੱਚ ਉਹ ਪ੍ਰਵਾਨ ਹੋ ਜਾਂਦਾ। ਸੋ ਆਪਾਂ ਨੂੰ ਪਤਾ ਕਿ ਇੱਥੇ ਵੀ ਆਪਣੇ ਵੀ ਇਹ ਸਿਸਟਮ ਹੈਗਾ ਕਿ ਜਦੋਂ ਕੋਈ ਵੀ ਕਾਨੂੰਨ ਵਿਧਾਨ ਸਭਾ ਜਾਂ ਇੰਡੀਆ ਦੀ ਪਾਰਲੀਮੈਂਟ ਜਿਸ 'ਚ ਰਾਜ ਸਭਾ ਅਤੇ ਲੋਕ ਸਭਾ ਹੈਗੀ ਉਹਨਾਂ ਦੇ ਵੱਲੋਂ ਪਾਸ ਕਰ ਲਿਆ ਜਾਂਦਾ ਤਾਂ ਉਹ ਓਨੇ ਚਿਰ ਤੱਕ ਕਾਨੂੰਨ ਦਾ ਰੂਪ ਨਹੀਂ ਇਖਤਿਆਰ ਕਰਦਾ ਜਿੰਨੀ ਦੇਰ ਤੱਕ ਉਹਦੇ 'ਤੇ ਗਵਰਨਰ ਜਾਂ ਰਾਸ਼ਟਰਪਤੀ ਦੇ ਦਸਤਖਤ ਨਹੀਂ ਹੁੰਦੇ। ਸੋ ਫਿਰ ਉਹਨਾਂ ਨੇ ਇਸ ਗੱਲ ਦੇ ਲਈ ਪੂਰਾ ਜ਼ੋਰ ਲਾਇਆ ਕਿ ਹੁਣ ਇਹ ਜਿਹੜਾ ਬਿੱਲ ਵਿਧਾਨ ਸਭਾ ਨੇ ਪਾਸ ਕਰ ਲਿਆ, ਪੈਂਸਿਲਵੇਨੀਆ ਦਾ ਜਿਹੜਾ ਗਵਰਨਰ ਹੈ ਉਹ ਇਹਦੇ ਉੱਪਰ ਦਸਤਖਤ ਨਾ ਕਰੇ। ਅਤੇ ਜਿਸ ਦਿਨ ਉਹਨੇ ਇਸ ਦਸਤਖਤ ਕਰਨੇ ਸੀਗੇ ਜਾਂ ਕੀਤੇ ਇਸ ਬਿੱਲ ਦੇ ਉੱਪਰ, ਉਸ ਦਿਨ ਇੰਡੀਆ ਦੇ ਪ੍ਰਮੁੱਖ ਅਖਬਾਰਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਦਾ ਟ੍ਰਿਬਿਊਨ, ਟਾਈਮਜ਼ ਆਫ ਇੰਡੀਆ, ਅਜੀਤ,
ਤੇ ਟੀਵੀ ਚੈਨਲ ਜਿਸ ਤਰ੍ਹਾਂ ਕਿ ਪੀਟੀਸੀ ਨਿਊਜ਼, ਇਹਨਾਂ ਸਾਰਿਆਂ ਦੇ ਉੱਪਰ ਇੱਕ ਖਬਰ ਨਸ਼ਰ ਹੋਈ। ਖਬਰ ਇਹ ਨਸ਼ਰ ਹੋਈ ਕਿ ਪੈਂਸਿਲਵੇਨੀਆ ਵਿਧਾਨ ਸਭਾ ਦੇ ਵਿੱਚ ਜਿਹੜਾ ਬਿੱਲ ਪਾਸ ਹੋਇਆ ਸੀਗਾ ਉਹ ਰੱਦ ਹੋ ਗਿਆ। ਸੋ ਸਵੇਰੇ ਜਦੋਂ ਅਸੀਂ ਖਬਰ ਦੇਖੀ ਤਾਂ ਬੜਾ ਸੀਗਾ ਕਿ ਇਹ ਤਾਂ ਇੱਕ ਪੁੱਠਾ ਗੇੜਾ ਦੇਣ ਦੇ ਵਿੱਚ ਕਾਮਯਾਬ ਹੋ ਗਏ। ਫਿਰ ਚਲੋ ਪਤਾ ਕੀਤਾ, ਲੋਕਲ ਉੱਥੋਂ ਪਤਾ ਕੀਤਾ, ਉਹ ਕਹਿੰਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਹੈਗੀ। ਫਿਰ ਜਿਹੜੇ ਬੰਦੇ ਸ਼ਾਮਲ ਸੀਗੇ ਉਹਨਾਂ ਦੇ ਨਾਲ ਸੰਪਰਕ ਹੋਇਆ, ਉਹਨਾਂ ਨੇ ਫਿਰ ਉਹਨਾਂ ਸਿਆਸਤਦਾਨਾਂ ਦੇ ਨਾਲ ਗੱਲ ਕਰਾਈ। ਫਿਰ ਗੱਲ ਇਹ ਨਿਕਲ ਕੇ ਸਾਹਮਣੇ ਆਈ ਕਿ ਅਸਲ ਦੇ ਵਿੱਚ ਗਵਰਨਰ ਨੇ ਸਾਈਨ ਕਰ ਦਿੱਤੇ ਆ ਅਤੇ ਉਹ ਜਿਹੜਾ ਬਿੱਲ ਸੀਗਾ ਉਹ ਹੁਣ ਕਾਨੂੰਨ ਦਾ ਰੂਪ ਧਾਰ ਚੁੱਕਾ ਹੈ। ਔਰ ਇਹ ਗੱਲ ਦਾ ਤੱਥ ਜਿਹੜਾ ਆ ਉਹ ਪੈਂਸਿਲਵੇਨੀਆ ਵਿਧਾਨ ਸਭਾ ਦੀ ਵੈਬਸਾਈਟ ਦੇ ਉੱਪਰ ਨਸ਼ਰ ਸੀਗਾ। ਸੋ ਜਦੋਂ ਸਾਰਾ ਕੁਝ ਨਾਕਾਮਯਾਬ ਰਿਹਾ, ਹਰ ਤਰ੍ਹਾਂ ਦਾ ਦਬਾਅ ਬਣਾਉਣਾ, ਅਤੇ ਫਿਰ ਫੇਕ ਨਿਊਜ਼ ਦੇ ਰਾਹੀਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਮਤਲਬ ਇੱਕ ਨਿਰਾਸ਼ਤਾ ਆਵੇ ਕਿ ਜਿਹੜੇ ਯਤਨ ਚੱਲ ਰਹੇ ਸੀਗੇ ਉਹ ਕਾਮਯਾਬ ਨਹੀਂ ਹੋ ਰਹੇ। ਸੋ ਅੱਜ ਵੀ ਜੇ ਤੁਸੀਂ ਪੈਂਸਿਲਵੇਨੀਆ ਸਟੇਟ ਅਸੈਂਬਲੀ ਦੀ ਜਿਹੜੀ ਵੈਬਸਾਈਟ ਹੈ ਉਹਨੂੰ ਖੋਲ੍ਹੋ ਅਤੇ ਉਹਦੇ ਉੱਪਰ ਉਹ ਰੈਜ਼ੋਲੂਸ਼ਨ ਜਿਹੜਾ ਆ ਸ਼ਾਇਦ 1640 ਨੰਬਰ ਉਹ ਹੈਗਾ, ਜੇ ਮੈਂ ਨਹੀਂ ਭੁੱਲਦਾ। ਵੈਸੇ ਉਹਦੇ 'ਤੇ ਸਿੱਖ ਅਤੇ ਜੈਨੋਸਾਈਡ ਲਿਖ ਕੇ ਸਰਚ ਮਾਰੋਗੇ ਤਾਂ ਉਹ ਲੱਭ ਜਾਂਦਾ ਹੈ। ਸੋ ਤੁਸੀਂ ਦੇਖੋਗੇ ਉਹ ਅੱਜ ਵੀ ਮਤਾ ਜਿਹੜਾ ਆ ਉਹਦੇ ਉੱਪਰ ਪਿਆ ਹੋਇਆ ਔਰ ਦੱਸਿਆ ਹੋਇਆ, ਜਿਹੜੀ ਉਹਦੀ ਟਾਈਮ ਲਾਈਨ ਆਉਂਦੀ ਹੈ, ਇੰਨੀ ਤਰੀਕ ਨੂੰ ਇਹ ਪੇਸ਼ ਹੋਇਆ, ਫਿਰ ਇਸ ਕਮੇਟੀ ਦੇ ਕੋਲ ਗਿਆ, ਇਸ ਦਿਨ ਇਹਦੇ 'ਤੇ ਬਹਿਸ ਹੋਈ, ਇਸ ਦਿਨ ਇਹ ਪ੍ਰਵਾਨ ਹੋਇਆ ਅਤੇ ਇਸ ਦਿਨ ਗਵਰਨਰ ਨੇ ਇਹਨੂੰ ਆਪਣੀ ਸਹਿਮਤੀ ਜਿਹੜੀ ਹੈ ਉਹ ਦੇ ਦਿੱਤੀ। ਸੋ ਇਸ ਤਰੀਕੇ ਦੇ ਨਾਲ ਇਸ ਸਾਰੇ ਕਾਸੇ ਨੂੰ ਰੋਕਣ ਦਾ ਯਤਨ ਜਿਹੜਾ ਉਹ ਕੀਤਾ ਗਿਆ। ਫਿਰ ਤੁਸੀਂ ਦੇਖੋ ਕਿ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਰਕਾਰਾਂ ਦੀ ਗੱਲ ਕੀਤੀ ਕਿ ਇੱਕ ਸਰਕਾਰਾਂ ਸੀਗੀਆਂ ਜਿਨ੍ਹਾਂ ਦੀ ਇਹ ਇੱਛਾ ਸੀਗੀ ਕਿ ਬਿਲਕੁਲ ਕੋਈ ਕਾਰਵਾਈ ਨਾ ਹੋਵੇ, ਦੂਸਰਿਆਂ ਦੀ ਇੱਛਾ ਇਹ ਆਈ ਕਿ ਕੁਛ ਥੋੜ੍ਹੀ ਬਹੁਤੀ ਕਾਰਵਾਈ ਕਰੋ ਅਤੇ ਇਹ ਗੱਲ ਕਹੋ ਕਿ ਭਾਈ ਇਹ ਬਿਲਕੁਲ ਸਾਡਾ ਅੰਦਰੂਨੀ ਮਸਲਾ ਸੀਗਾ ਅਤੇ ਇਸ ਤਰੀਕੇ ਦੇ ਨਾਲ ਇਹ ਹੋਈ ਸੀਗੀ ਅਤੇ ਹੁਣ ਇਹ ਮਸਲੇ ਦੇ ਵਿੱਚ ਅਸੀਂ ਜੋ ਵੀ ਲੋੜੀਂਦਾ ਨਿਆਂ ਹੈਗਾ ਆ ਉਹ ਕਰ ਰਹੇ ਹਾਂ, ਜਾਂ ਸਾਡਾ ਇੱਕ ਜੁਡੀਸ਼ੀਅਲ ਸਿਸਟਮ ਇਨ ਪਲੇਸ ਹੈਗਾ ਆ ਅਤੇ ਉਹ ਇਹਨਾਂ ਮਾਮਲਿਆਂ ਦੇ ਵਿੱਚ ਕਾਰਵਾਈ ਕਰ ਰਿਹਾ। ਹੁਣ ਜੇ ਪੋਲੀਟੀਕਲ ਪਾਰਟੀਆਂ ਦੇ ਪੱਧਰ ਦੇ ਉੱਪਰ ਦੇਖਿਆ ਜਾਵੇ, ਸਾਲ 2014 ਦੇ ਵਿੱਚ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਆ ਜਾਂਦੀ ਹੈ। ਉਸ ਸਮੇਂ ਤੱਕ ਉਹ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਕਾਫੀ ਜ਼ਿਆਦਾ ਦਿਖਾ ਰਹੇ ਸੀਗੇ ਜਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀਗੇ। 2015 ਜੂਨ ਮਹੀਨੇ ਦੇ ਵਿੱਚ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਆਉਣਾ ਸੀਗਾ। ਉਸ ਸਮੇਂ 3 ਮੈਂਬਰ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਸੀਗੇ ਅਤੇ ਬਾਕੀ ਸਾਰੇ ਮੈਂਬਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ ਸੀਗੇ। ਸਰਦਾਰ ਜਰਨੈਲ ਸਿੰਘ ਪੱਤਰਕਾਰ ਹੁਣ ਉਹ ਸਾਡੇ ਦਰਮਿਆਨ ਨਹੀਂ ਹੈਗੇ, ਕਰੋਨਾ ਦੇ ਦੌਰਾਨ ਉਹ ਅਕਾਲ ਪੁਰਖ ਦੇ ਚਰਨਾਂ 'ਚ ਜਾ ਵਿਰਾਜੇ। ਉਹਨਾਂ ਦੇ ਵੱਲੋਂ ਉਹ ਮਤਾ ਜਿਹੜਾ ਆ ਉਹ ਲਿਆਂਦਾ ਜਾ ਰਿਹਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਉਸ ਮੋਸ਼ਨ ਦੇ ਵਿੱਚ ਨਵੰਬਰ 1984 ਦੇ ਵਾਸਤੇ ਸਿੱਖ ਜੈਨੋਸਾਈਡ ਲਫ਼ਜ਼ ਜਿਹੜਾ ਆ ਉਹ ਵਰਤਿਆ ਸੀ। ਉਹ ਮਤਾ ਪ੍ਰਵਾਨ ਹੋ ਜਾਂਦਾ, ਪਰ ਉਸ ਮਤੇ ਬਾਰੇ ਕਿਤੇ ਵੀ ਚਰਚਾ ਨਹੀਂ ਹੁੰਦੀ। ਇੱਥੋਂ ਤੱਕ ਕਿ ਮਤਲਬ ਸਾਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ। ਉਹ ਤਾਂ ਜਦੋਂ ਪੈਂਸਿਲਵੇਨੀਆ ਵਿਧਾਨ ਸਭਾ ਵਾਲਾ ਮਸਲਾ ਹੋਇਆ ਅਤੇ ਉਸ ਸੰਬੰਧ ਦੇ ਵਿੱਚ ਕਿਉਂਕਿ ਉਹਨਾਂ ਨੇ ਇੱਕ ਫੇਕ ਨਿਊਜ਼ ਦੇ ਰਾਹੀਂ ਕੀਤਾ ਸੀ ਅਤੇ ਅਸੀਂ ਇਹ ਕੋਸ਼ਿਸ਼ ਕੀਤੀ ਤਾਂ ਖਬਰਾਂ ਅੰਗਰੇਜ਼ੀ ਪੰਜਾਬੀ ਦੇ ਵਿੱਚ ਅਤੇ ਨਾਲ ਵੀਡੀਓ ਪਾ ਕੇ ਕਿ ਭਾਈ ਇਹ ਇਸ ਤਰੀਕੇ ਨਾਲ ਕਰ ਰਹੇ ਵੀ ਇਹ ਜੋ ਇਹ ਕਹਿ ਰਹੇ ਆ ਕਿ ਮਤਾ ਰੱਦ ਹੋ ਗਿਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਉਦੋਂ ਫਿਰ ਉਹਨਾਂ ਨੇ ਸੰਪਰਕ ਕੀਤਾ, ਉਹਨਾਂ ਨੇ ਸੰਪਰਕ ਕਰਕੇ ਕਿਹਾ ਕਿ ਦਿੱਲੀ ਦੀ ਵਿਧਾਨ ਸਭਾ ਦੇ ਵੱਲੋਂ ਵੀ ਸਿੱਖ ਜੈਨੋਸਾਈਡ ਦਾ ਮੋਸ਼ਨ ਜਿਹੜਾ ਆ ਉਹ ਜੂਨ 2015 ਦੇ ਵਿੱਚ ਪਾਸ ਕੀਤਾ ਗਿਆ। ਸੋ ਮੈਂ ਮਤਲਬ ਇਹ ਗੱਲ ਕਹਿ ਸਕਦਾ ਕਿ ਮੈਨੂੰ ਵੀ ਉਸ ਸਮੇਂ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਸੀਗੀ। ਮੈਂ ਉਹਨਾਂ ਨੂੰ ਕਿਹਾ ਜੀ ਇਹ ਗੱਲ ਕਿਤੇ ਚਰਚਾ 'ਚ ਤਾਂ ਆਈ ਨਹੀਂ। ਉਹ ਕਹਿੰਦੇ ਜੀ ਬਹੁਤ ਮੁਸ਼ਕਲ ਕਰਵਾਇਆ ਵੀ ਮੁੱਖ ਮੰਤਰੀ ਨੇ ਆਪ ਬੁਲਾ ਕੇ ਕਿਹਾ ਸੀਗਾ ਕਿ ਤੁਸੀਂ ਇਹ ਸ਼ਬਦ ਜਿਹੜੇ ਆ ਇਹ ਬਦਲ ਦਿਓ, ਵੀ ਇਹਦੀ ਥਾਂ ਦੇ ਉੱਪਰ ਤੁਸੀਂ ਕੋਈ ਜੈਨੋਸਾਈਡ ਦੀ ਥਾਂ 'ਤੇ ਕੋਈ ਹੋਰ ਸ਼ਬਦ ਕਰ ਲਓ। ਉਹ ਕਹਿੰਦੇ ਜੀ ਅਸੀਂ ਉਦੋਂ ਸਟੈਂਡ ਲਿਆ, ਉਸ ਸਮੇਂ ਸਿਚੁਏਸ਼ਨ ਇੱਦਾਂ ਦੀ ਸੀਗੀ, ਉਹ ਚਲੋ ਪਾਸ ਹੋ ਗਿਆ। ਪਰ ਅੱਜ ਵੀ ਬਹੁਤ ਘੱਟ ਲੋਕ ਇਹ ਗੱਲ ਜਾਣਦੇ ਆ। ਇੰਡੀਅਨ ਮੀਡੀਆ ਦੇ ਵਿੱਚ ਚਾਹੇ ਉਹ ਪੰਜਾਬੀ ਮੀਡੀਆ ਹੋਵੇ, ਉਹਨਾਂ ਦੇ ਵਿੱਚ ਕਦੀ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਆ ਉਹ ਨਹੀਂ ਕੀਤਾ ਜਾਂਦਾ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਵੀ ਸਿੱਖ ਜੈਨੋਸਾਈਡ ਦਾ ਮੋਸ਼ਨ ਜਿਹੜਾ ਆ ਉਹ 2015 ਦਾ ਪਾਸ ਹੋਇਆ ਹੈ। ਹੁਣ ਗੱਲ ਇਹ ਆਉਂਦੀ ਹੈ ਕਿ ਇਸ ਸਾਰੇ ਸੰਬੰਧ ਦੇ ਵਿੱਚ ਕੀਤਾ ਕੀ ਜਾਵੇ। ਸੋ ਇੱਕ ਗੱਲ ਤਾਂ ਇਹ ਹੁੰਦੀ ਕਿ ਜਦੋਂ ਵੀ ਇਹ ਸਾਰੀ ਦੁਨੀਆ ਦਾ ਇਤਿਹਾਸ ਦੇਖ ਲਓ ਅਤੇ
ਸਿੱਖਾਂ ਦੇ ਮਾਮਲੇ ਦੇ ਵਿੱਚ ਤੇ ਇੱਕ ਬੜੀ ਨਿਆਰੀ ਗੱਲ ਹੈ। ਅਸੀਂ ਆਪ ਦੇ ਇਤਿਹਾਸ ਦੇ ਵਿੱਚ ਜੋ ਕੁਝ ਵੀ ਸਾਡੇ ਨਾਲ ਵਾਪਰਿਆ ਉਹਨੂੰ 2 ਵਕਤ, ਘੱਟੋ ਘੱਟ 2 ਵਕਤ ਹਰ ਰੋਜ਼ ਯਾਦ ਕਰਦੇ ਹਾਂ ਜਦੋਂ ਅਸੀਂ ਅਰਦਾਸ ਕਰਦੇ ਹਾਂ। ਅਰਦਾਸ ਦੇ ਵਿੱਚ ਅਸੀਂ ਪਾਤਸ਼ਾਹੀਆਂ ਨੂੰ ਧਿਆਉਂਦੇ ਹਾਂ, ਫਿਰ 5 ਪਿਆਰਿਆਂ 40 ਮੁਕਤਿਆਂ ਦਾ ਜ਼ਿਕਰ ਕਰਦੇ ਹਾਂ। ਉਸ ਤੋਂ ਅਗਲਾ ਜਿਹੜਾ ਬੰਦ ਆ ਉਹਦੇ ਵਿੱਚ ਜਿਨ੍ਹਾਂ ਨੇ ਵੀ ਸਿੱਖੀ ਦੇ ਇਸ ਮਾਰਗ ਦੇ ਉੱਪਰ ਚੱਲਦਿਆਂ ਹੋਇਆਂ ਆਪ ਦੀ ਜੀਵਨ ਨਿਸ਼ਾਵਰ ਕੀਤੇ, ਜਿਨ੍ਹਾਂ ਨੂੰ ਹਕੂਮਤਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ, ਉਹਨਾਂ ਸਾਰਿਆਂ ਨੂੰ ਯਾਦ ਕਰਦੇ ਆ। ਅਤੇ ਦੁਨੀਆ ਭਰ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਜੋ ਤੁਹਾਡੇ ਨਾਲ ਵਾਪਰਿਆ ਉਹ ਕਦੀ ਨਹੀਂ ਭੁੱਲਿਆ ਜਾ ਸਕਦਾ, ਉਹਨੂੰ ਹਮੇਸ਼ਾ ਯਾਦ ਰੱਖੋ। ਇੱਕ ਚੀਜ਼ ਦਾ ਹੱਲ ਇਹ ਸਾਰੇ ਕਾਸੇ ਦਾ, ਉਹ ਕਹਿੰਦੇ ਜਿਹੜੀਆਂ ਬਹੁਤ ਜ਼ਿਆਦਾ ਦਰਦ ਦੇਣ ਵਾਲੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਯਾਦ ਰੱਖ ਕੇ ਹੀ ਉਹਨਾਂ ਦੇ ਦਰਦ ਤੋਂ ਸੁਰਖਰੂ ਹੋਇਆ ਜਾ ਸਕਦਾ। ਇਹ ਸਾਰੀ ਦੁਨੀਆ ਹੀ ਕਹਿੰਦੀ ਹੈ। ਸੋ ਇੱਕ ਗੱਲ ਉਹਦੇ ਤੋਂ ਇਹ ਜਿਹੜਾ ਸਮਾਗਮ ਹੈ ਇਹਦੀ ਵੀ ਅਹਿਮੀਅਤ ਸਮਝੀ ਜਾਣੀ ਚਾਹੀਦੀ ਹੈ ਕਿ ਇਹ ਇਸ ਤਰ੍ਹਾਂ ਦੇ ਸਮਾਗਮ ਹੋਣੇ ਅਤੇ ਜੂਨ ਦੇ ਸੰਬੰਧ ਦੇ ਵਿੱਚ ਨਵੰਬਰ 1984 ਦੀ ਨਸਲਕੁਸ਼ੀ ਦੇ ਸੰਬੰਧ ਦੇ ਵਿੱਚ, ਤੀਜੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਇਹ ਇੰਨੇ ਜ਼ਿਆਦਾ ਅਹਿਮ ਹੈਗੇ ਆ। ਅਤੇ ਪਿਛਲੇ ਸਮੇਂ ਦੇ ਦੌਰਾਨ ਇਹ ਜੋ ਕੁਝ ਵੀ ਯਾਦ ਕਰਨ ਦਾ ਸਿਲਸਿਲਾ ਹੈਗਾ ਆ ਇਹ ਪਹਿਲਾਂ ਦੇ ਨਾਲੋਂ ਵਧਿਆ ਹੈ। ਦੂਸਰੀ ਗੱਲ ਇਹ ਆ ਕਿ ਜੋ ਕੁਝ ਵਾਪਰਿਆ ਉਹਦੇ ਬਾਰੇ ਜਿੰਨਾ ਕੁਝ ਵੀ ਇਕੱਤਰ ਕੀਤਾ ਜਾ ਸਕਦਾ ਉਹ ਇਕੱਤਰ ਕਰਕੇ ਦੁਨੀਆ ਦੇ ਸਾਹਮਣੇ ਰੱਖਣਾ ਚਾਹੀਦਾ, ਆਪਣੇ ਲੋਕਾਂ ਦੇ ਸਾਹਮਣੇ ਵੀ ਰੱਖਣਾ ਚਾਹੀਦਾ, ਆਪਣੇ ਆਪ ਦੇ ਸਾਹਮਣੇ ਵੀ ਰੱਖਣਾ ਚਾਹੀਦਾ। ਸੋ ਉਹਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜਿੰਨੇ ਵੀ ਯਤਨ ਹੋਏ ਉਹ ਸਾਰੇ ਹੀ ਇਸ ਪਾਸੇ ਨੂੰ ਚੱਲ ਰਹੇ ਆ। ਸੋ ਮੈਂ ਇਹ ਵੀ ਗੱਲ ਸਮਝਦਾ ਕਿ ਜਦੋਂ ਕਿਸੇ ਵੀ ਮਨੁੱਖੀ ਸਮੂਹ ਦੇ ਨਾਲ ਇਸ ਤਰ੍ਹਾਂ ਦੇ ਮਹਾਂ ਘਟਨਾਕ੍ਰਮ ਜਾਂ ਵੱਡੇ ਦੁਖਾਂਤ ਆਪਾਂ ਕਹਿ ਸਕਦੇ ਕਿ ਵਾਪਰਦੇ ਆ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪਹਿਲੀ ਪੀੜ੍ਹੀ ਹੁੰਦੀ ਹੈ ਉਹਦੇ ਉੱਪਰ ਇਹ ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੁੰਦੀ ਕਿ ਉਹਨੇ ਇੱਕ ਤਾਂ ਸਾਰੇ ਕਾਸੇ ਨੂੰ ਸਮਝਣਾ ਹੁੰਦਾ ਕਿ ਸਾਡੇ ਨਾਲ ਕੀ ਕੁਝ ਵਾਪਰਿਆ। ਜਿਹੜੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਉਹਨਾਂ ਦੇ ਪੂਰੇ ਮਾਇਨੇ ਕਦੀ ਵੀ ਸਮਝ ਨਹੀਂ ਆਉਂਦੇ, ਉਹਨਾਂ ਨੂੰ ਸਮਝਣ ਦੇ ਵਾਸਤੇ ਬਹੁਤ ਲੰਬਾ ਸਮਾਂ ਲੱਗ ਜਾਂਦਾ। ਜਿਹੜੀ ਮਨੁੱਖੀ ਸਮਝ ਆ ਉਹ ਹੌਲੀ ਹੌਲੀ ਉਹਨਾਂ ਦੇ ਬਾਰੇ ਦੇ ਵਿੱਚ ਉਹਨਾਂ ਦੀ ਅਸਲ ਤਾਸੀਰ ਨੂੰ ਪਛਾਣਦੀ ਹੈ, ਉਹਨਾਂ ਦੀ ਵਿਆਪਕਤਾ ਦੇ ਘੇਰੇ ਨੂੰ ਪਛਾਣਦੀ ਹੈ ਅਤੇ ਉਹਨਾਂ ਦੇ ਬਾਰੇ ਦੇ ਵਿੱਚ ਇੱਕ ਸਮਝ ਜਾਂ ਦ੍ਰਿਸ਼ਟੀ ਜਿਹੜੀ ਆ ਉਹਨੂੰ ਘੜਨਾ ਸ਼ੁਰੂ ਕਰਦੀ ਹੈ। ਫਿਰ ਇਹ ਦੇਖਦੀ ਆ ਕਿ ਭਵਿੱਖ ਦੇ ਵਿੱਚ ਇਹਨਾਂ ਚੀਜ਼ਾਂ ਦੇ ਕੀ ਅਸਰ ਪਏ, ਕਿਸ ਤਰੀਕੇ ਦੇ ਨਾਲ ਹੋਣਾ ਹੈ। ਫਿਰ ਸੰਸਾਰ 'ਚ ਤੁਸੀਂ ਇਕੱਲੇ ਨਹੀਂ ਹੁੰਦੇ, ਤੁਹਾਡੇ ਨਾਲੋਂ ਵੱਡੀ ਤਕੜੀ ਤੇ ਰੋਹ ਮੌਜੂਦ ਹੁੰਦੀ ਹੈ ਜਿਹਨੇ ਉਹ ਸਾਰਾ ਕੁਝ ਕੀਤਾ। ਉਹ ਇੱਕ ਬੜੇ ਜ਼ੋਰ ਦੇ ਨਾਲ ਆਪਣਾ ਬਿਰਤਾਂਤ ਲੈ ਕੇ ਆ ਰਹੀ ਹੁੰਦੀ, ਉਹਨੂੰ ਕਿਸ ਤਰੀਕੇ ਦੇ ਨਾਲ ਰੋਕਣਾ। ਸੋ ਇਹਨੂੰ ਸਾਰੇ ਕਾਸੇ ਨੂੰ ਕਰਨ ਦਾ, ਚਾਹੇ ਅਸੀਂ ਯਾਦ ਕਰਨਾ ਹੋਵੇ, ਚਾਹੇ ਅਸੀਂ ਇਹਨੂੰ ਸਮਝਣਾ ਹੋਵੇ ਅਤੇ ਚਾਹੇ ਅਸੀਂ ਵਿਰੋਧੀ ਦੇ ਬਿਰਤਾਂਤ ਨੂੰ ਭੰਨ ਕੇ ਇੱਕ ਜਿੰਨੀ ਗੱਲ ਸਾਨੂੰ ਸਮਝ ਆ ਰਹੀ ਹੈ, ਜਿਸ ਤਰੀਕੇ ਨਾਲ ਆ ਰਹੀ, ਜੋ ਉਹਦੇ ਅਸਲ ਪੱਖ ਨੇ ਉਹ ਸਾਹਮਣੇ ਰੱਖਣੇ ਹੋਣ। ਇਹ ਸਾਰੇ ਕਾਸੇ ਦੇ ਵਾਸਤੇ ਇੱਕ ਬੜਾ ਵੱਡਾ ਸਰੋਤ ਇਹ ਹੈ ਕਿ ਜੋ ਕੁਝ ਜਿਨ੍ਹਾਂ ਦੇ ਨਾਲ ਵਾਪਰਿਆ ਉਹਨਾਂ ਦੇ ਕੋਲੋਂ ਉਹ ਸੁਣ ਕੇ, ਲਿਖ ਕੇ, ਕਿਸੇ ਵੀ ਸਾਧਨ ਦੇ ਨਾਲ ਉਹ ਸਾਹਮਣੇ ਲਿਆਂਦਾ ਜਾਵੇ। ਸੋ ਉਹ ਕਾਰਜ ਜਿਹੜਾ ਆ ਉਹ ਮਹੱਤਵਪੂਰਨ ਹੈ, ਜਿਹਦੇ ਤਹਿਤ ਅੱਜ ਮੈਂ ਸਮਝਦਾ ਜਿਹੜੀ ਕਿਤਾਬ ਸਿਰਫ ਦਿੱਲੀ ਨਹੀਂ ਨਿਸ਼ਾਨ ਪ੍ਰਕਾਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਹੈ। ਸੋ ਇਹ ਛੋਟਾ ਜਿਹਾ ਕਿਤਾਬਚਾ ਆ, ਪਰ ਇਹ ਦਿੱਲੀ ਦਰਬਾਰ ਦੇ ਬੜੇ ਵੱਡੇ ਬਿਰਤਾਂਤ ਨੂੰ ਭੰਨਦਾ ਆ ਕਿ ਨਵੰਬਰ 1984 ਦੇ ਵਿੱਚ ਸਿਰਫ ਦਿੱਲੀ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹਦੇ ਅਖੀਰ ਦੇ ਵਿੱਚ ਨਾ ਮੱਧ ਪ੍ਰਦੇਸ਼ ਸੂਬੇ ਦਾ ਜ਼ਿਕਰ ਹੈ, ਉਹਦੇ ਵਿੱਚ ਕੁੱਲ 24 ਇਲਾਕੇ ਜਿਹੜੇ ਹੈ ਇਕੱਲੇ ਮੱਧ ਪ੍ਰਦੇਸ਼ ਦੇ ਵਿੱਚ ਘੱਟੋ ਘੱਟ 24 ਥਾਵਾਂ ਦੇ ਉੱਪਰ। ਅਤੇ ਜਿਹੜਾ ਉੱਤਰ ਪ੍ਰਦੇਸ਼ ਦਾ ਸੂਬਾ ਆ, ਮੈਂ ਹੁਣ ਬੈਠਾ ਦੇਖ ਰਿਹਾ ਸੀਗਾ, ਉਦੋਂ ਉੱਤਰ ਪ੍ਰਦੇਸ਼ ਉੱਤਰਾਖੰਡ ਇਕੱਠਾ ਸੀਗਾ, 90 ਥਾਵਾਂ ਦੇ ਉੱਪਰ ਇਕੱਲੇ ਉੱਤਰ ਪ੍ਰਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਘਟਨਾਵਾਂ ਵਾਪਰੀਆਂ। ਔਰ ਸਾਨੂੰ ਕੀ ਕਿਹਾ ਜਾਂਦਾ ਕਿ ਦਿੱਲੀ ਦੰਗੇ ਸੀਗੇ, ਦਿੱਲੀ ਤੱਕ ਸੀਮਤ ਸੀਗੇ। ਫਿਰ ਬਹੁਤੇ ਸਿੱਖਾਂ ਨੂੰ ਇਹ ਲੱਗਦਾ ਕਿ ਗੁਰਦੁਆਰਾ ਸਾਹਿਬਾਨ ਦੇ ਉੱਪਰ ਜਿਹੜੇ ਹਮਲੇ ਹੋਏ ਉਹ ਨਵੰਬਰ 1984 ਦੇ ਵਿੱਚ ਹੋਏ। ਮੈਂ ਆਖਰੀ 2 ਸਫ਼ਿਆਂ ਦੇ ਵੇਰਵੇ ਤੁਹਾਡੇ ਨਾਲ ਬਿਲਕੁਲ ਸੰਖੇਪ ਦੇ ਵਿੱਚ ਸਾਂਝੇ ਕਰਦਾ। ਇੱਥੇ ਇੱਕ ਜਗ੍ਹਾ ਲਿਖੀ ਹੋਈ ਹੈ ਈਸਟਲੈਂਡ ਖਮਰੀਆ, ਗੁਰਦੁਆਰਾ ਸਾਹਿਬ 'ਤੇ ਹਮਲਾ ਹੋਇਆ। ਉਸ ਤੋਂ ਬਾਅਦ ਦੇ ਵਿੱਚ ਗਵਾਰੀ ਘਾਟ ਗੁਰਦੁਆਰਾ ਸਾਹਿਬ 'ਤੇ ਹਮਲਾ ਹੋਇਆ, ਪ੍ਰੇਮ ਨਗਰ
ਗੁਰਦੁਆਰਾ ਸਾਹਿਬ ਤੇ ਹਮਲਾ ਨਹੀਂ ਹੋਇਆ ਕਿਉਂਕਿ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਕਰੜੀ ਤਿਆਰੀ ਜਿਹੜੀ ਹੈ ਉਹ ਕਰ ਲਈ ਸੀਗੀ। ਹਾਥੀ ਤਾਲ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਪਰ ਸਿੱਖ ਸੰਗਤ ਨੇ ਅੱਗਿਓਂ ਮੁਕਾਬਲਾ ਕੀਤਾ। ਮੰਡਲਾ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ। ਰਤਲਾਮ ਗੁਰਦੁਆਰਾ ਸਾਹਿਬ ਤੇ ਹਮਲਾ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਸਿੱਖਾਂ ਨੇ ਉੱਥੇ ਇਕੱਠੇ ਹੋ ਕੇ ਤਿਆਰੀ ਕਰ ਲਈ ਸੀਗੀ। ਗੁਣਾ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ, 2 ਗੁਰਦੁਆਰਾ ਸਾਹਿਬਾਨ ਤੇ ਭੰਨ ਤੋੜ ਕੀਤੀ ਗਈ। ਛਤਰਪੁਰ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਦਿੱਤੀ ਗਈ, ਮਹਾਰਾਜ ਦੇ ਸਰੂਪ ਅਗਨ ਭੇਟ ਹੋਏ। ਗੈਰਤਗੰਜ ਗੁਰਦੁਆਰਾ ਸਾਹਿਬ ਖਤਮ ਕਰ ਦਿੱਤਾ ਗਿਆ ਜੋ ਦੁਬਾਰਾ ਕਦੀ ਨਹੀਂ ਬਣ ਸਕਿਆ। ਅਮਲਾਈ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਈ ਗਈ। ਸੋ ਜਿੱਥੇ ਵੀ ਕਿਤੇ ਹਮਲਾ ਹੋਇਆ ਸਿੱਖਾਂ ਦੇ ਉੱਪਰ, ਸਭ ਤੋਂ ਪਹਿਲਾਂ ਇਹ ਸਾਰੇ ਇੰਡੀਆ ਦੇ ਵਿੱਚ ਹੀ ਗੁਰਜੰਟ ਸਿੰਘ ਹੋਣੀ ਬੈਠੇ ਆ ਜਿਨ੍ਹਾਂ ਨੇ ਸਾਰੀ ਖੋਜ ਕੀਤੀ, ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ। ਕਿਤੇ ਹੀ ਹੋ ਸਕਦਾ ਹੈ ਕਿ ਜਿੱਥੇ ਭੀੜ ਦੀ ਅਗਵਾਈ ਕਰਨ ਵਾਲਿਆਂ ਦੀ ਨਾ ਚੱਲੀ ਹੋਵੇ ਤੇ ਸਿੱਖਾਂ ਦੀਆਂ ਦੁਕਾਨਾਂ ਪਹਿਲਾਂ ਆ ਗਈਆਂ ਹੋਣ ਤੇ ਜਿਹੜੇ ਹਮਲਾਵਰ ਸੀਗੇ ਉਹ ਮਤਲਬ ਦੁਕਾਨਾਂ ਲੁੱਟਣ ਨੂੰ ਪੈ ਗਏ ਹੋਣ। ਕੁਛ ਥਾਵਾਂ ਤੇ ਇੱਦਾਂ ਹੋਇਆ, ਨਹੀਂ ਤਾਂ ਸਭ ਤੋਂ ਪਹਿਲਾ ਜਿਹੜਾ ਹਮਲਾ ਆ ਉਹ ਗੁਰਦੁਆਰਾ ਸਾਹਿਬ ਦੇ ਉੱਪਰ ਹੀ ਹੋਇਆ ਨਵੰਬਰ 1984 ਦੇ ਵਿੱਚ। ਔਰ ਤੁਸੀਂ ਕਮਾਲ ਦੀ ਗੱਲ ਦੇਖੋ ਕਿ ਜਿੱਥੇ ਜਿੱਥੇ ਵੀ ਜਾ ਕੇ ਸਿੱਖਾਂ ਨੇ ਵਸੋਂ ਕੀਤੀ ਇੰਡੀਆ ਦੇ ਵਿੱਚ ਬਹੁਤੀਆਂ ਥਾਵਾਂ ਤੇ, ਚਾਹੇ ਉਹ ਪਹਿਲਾਂ ਕੀਤੀ ਸੀਗੀ, ਚਾਹੇ ਉਹ 47 ਦੀ ਵੰਡ ਤੋਂ ਬਾਅਦ ਦੇ ਵਿੱਚ ਇੰਡੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਕੀਤੀ, ਬਹੁਤੀਆਂ ਥਾਵਾਂ ਦੇ ਉੱਪਰ ਸਿੱਖਾਂ ਨੇ ਸਭ ਤੋਂ ਪਹਿਲਾ ਕੰਮ ਜਿਹੜਾ ਕੀਤਾ ਉਹ ਗੁਰਦੁਆਰਾ ਸਾਹਿਬ ਬਣਾਉਣ ਦਾ ਕੀਤਾ ਸੀਗਾ। ਸੋ ਇਹਦੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡੇ ਵਿਰੋਧੀ ਨੂੰ ਇਹ ਗੱਲ ਪਤਾ ਹੈ ਕਿ ਤੁਹਾਡੀ ਜੜ ਕਿੱਥੇ ਹੈ, ਕਿਉਂਕਿ ਨਸਲਕੁਸ਼ੀ ਜਿਹੜੀ ਹੈ, ਠੀਕ ਆ, ਅੱਜ ਦੇ ਕਾਨੂੰਨ ਦੇ ਵਿੱਚ, ਅੱਜ ਦੇ ਕੌਮਾਂਤਰੀ ਕਾਨੂੰਨ ਦੇ ਵਿੱਚ ਨਸਲਕੁਸ਼ੀ ਦੇ ਸਿਰਫ ਇੱਕੋ ਪੱਖ ਨੂੰ ਜੁਰਮ ਮੰਨਿਆ ਗਿਆ ਤੇ ਉਹ ਪੱਖ ਹੈਗਾ ਸਰੀਰਕ ਨੁਕਸਾਨ ਦਾ, ਜਦੋਂ ਤੁਹਾਨੂੰ ਸਰੀਰਕ ਤੌਰ ਦੇ ਉੱਪਰ ਨੁਕਸਾਨ ਪਹੁੰਚਾਇਆ ਜਾਂਦਾ। ਪਰ ਰੇਫਿਲ ਲੈਂਕਿਨ ਨੇ ਜਿਨੀ ਇਸ ਸਾਰੇ ਵਰਤਾਰੇ ਦੀ ਖੋਜਬੀਨ ਕੀਤੀ, ਜਿਨੀ ਦੁਨੀਆ ਦੇ ਸਾਹਮਣੇ ਇਸ ਸੰਕਲਪ ਨੂੰ ਇੱਕ ਨਾਮ ਦਿੱਤਾ ਜੈਨੋਸਾਈਡ ਦਾ ਜਾਂ ਨਸਲਕੁਸ਼ੀ ਦਾ, ਉਹਨੇ ਇਹ ਗੱਲ ਬਹੁਤ ਪ੍ਰਤੱਖ ਕਹੀ ਸੀਗੀ। ਉਹ ਕਹਿੰਦਾ ਕਿ ਅਸਲ ਦੇ ਵਿੱਚ ਕਿਸੇ ਵੀ ਕੌਮੀ ਸਮੂਹ ਦੀਆਂ ਜੀਵਨ ਹੋਂਦ ਦੀਆਂ ਜੜ੍ਹਾਂ ਨੂੰ ਖਤਮ ਕਰਨਾ ਨਸਲਕੁਸ਼ੀ ਹੈ। ਹਰ ਉਹ ਸਰੋਤ ਜਿੱਥੋਂ ਤੁਸੀਂ ਬਣਦੇ ਹੋ ਉਹਨੂੰ ਖਤਮ ਕੀਤਾ ਜਾਂਦਾ ਔਰ ਉਹਦੇ ਵਿੱਚ ਵੱਡੇ ਪੱਖ ਜਿਹੜੇ ਆ ਉਹ ਫਿਜ਼ੀਕਲ ਪਰਸੀਕਿਊਸ਼ਨ ਤੋਂ ਇਲਾਵਾ ਦੂਸਰੇ ਪੱਖ ਨੇ ਜਿਨ੍ਹਾਂ ਦੇ ਵਿੱਚ ਆਰਥਿਕ ਤੌਰ ਦੇ ਉੱਪਰ ਤੁਹਾਡੀਆਂ ਆਰਥਿਕ ਜੜ੍ਹਾਂ ਨੂੰ ਤਬਾਹ ਕਰਨਾ, ਤੁਹਾਡੇ ਵੈਲਿਊ ਸਿਸਟਮ ਨੂੰ ਖਤਮ ਕਰਨਾ, ਤੁਹਾਡੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਖਤਮ ਕਰਨਾ, ਤੁਹਾਡੀਆਂ ਰਾਜਨੀਤਿਕ ਸੰਸਥਾਵਾਂ ਨੂੰ ਖਤਮ ਕਰਨਾ, ਤੁਹਾਡੀਆਂ ਸਮਾਜਿਕ ਸੰਸਥਾਵਾਂ ਨੂੰ ਖਤਮ ਕਰਨਾ, ਤੁਹਾਡੀਆਂ ਧਾਰਮਿਕ ਸੰਸਥਾਵਾਂ ਨੂੰ ਖਤਮ ਕਰਨਾ, ਤੁਹਾਡੇ ਜੀਵਨ ਦੀ ਹੋਂਦ ਦੇ ਸਾਰੇ ਸੋਮਿਆਂ ਨੂੰ ਖਤਮ ਕਰਨਾ, ਸੁਕਾ ਦੇਣਾ, ਉਹਨਾਂ ਨੂੰ ਨਸ਼ਟ ਕਰਨਾ, ਇਹ ਨਸਲਕੁਸ਼ੀ ਹੈ। ਤੇ ਉਹਦਾ ਹੀ ਇੱਕ ਹਿੱਸਾ ਜਿਹੜਾ ਆ ਉਹ ਸਰੀਰਕ ਘਾਣ ਜਾਂ ਫਿਜ਼ੀਕਲ ਪਰਸੀਕਿਊਸ਼ਨ ਜਾਂ ਜਿਹਨੂੰ ਆਪਾਂ ਕਤਲੇਆਮ, ਅੱਜ ਦੀ ਜਿਹੜੀ ਕਾਨੂੰਨੀ ਭਾਸ਼ਾ ਕੌਮਾਂਤਰੀ ਕਾਨੂੰਨ ਦੀ ਹੈਗੀ ਆ ਜਿਹਨੂੰ ਜੈਨੋਸਾਈਡ ਬਣਦੀ, ਅਸਲ ਦੇ ਵਿੱਚ ਉਹ ਇਸ ਸਾਰੇ ਵਰਤਾਰੇ ਦਾ ਇੱਕ ਹਿੱਸਾ ਹੈ। ਔਰ ਉਹਦੇ ਵਿੱਚ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਅਹਿਮੀਅਤ ਹੈ ਉਹ ਕਿੰਨੀ ਜ਼ਿਆਦਾ ਸੀਗੀ। ਔਰ ਅੱਜ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਸਾਡੇ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਨੂੰ ਬਿਲਕੁਲ ਉਹਨਾਂ ਬੁਨਿਆਦੀ ਗੱਲਾਂ ਤੋਂ ਹਟਾਉਣ ਦੇ ਵਾਸਤੇ ਸਟੇਟ ਦੇ ਵੱਲੋਂ ਸਿੱਧੇ ਕਬਜ਼ੇ ਜਿਹੜੇ ਆ ਉਹ ਕੀਤੇ। ਹੁਣ ਤਾਂ ਦੇਖੋ ਜਿਹੜੇ ਸਟੇਟ ਦੇ ਨਾਲ ਚੱਲਦੇ ਰਹੇ ਪਿਛਲੇ 20 ਦਹਾਕਿਆਂ ਦੇ ਵਿੱਚ, ਹੁਣ ਤੇ ਉਹ ਵੀ ਖੁੱਲ੍ਹੇ ਰੂਪ ਦੇ ਵਿੱਚ ਕਹਿ ਰਹੇ ਆ ਕਿ ਭਾਈ ਇਹ ਆਪਣੀਆਂ ਸੰਸਥਾਵਾਂ 'ਤੇ ਕਬਜ਼ੇ ਕਰ ਰਹੇ, ਹਾਲਾਂਕਿ ਉਹ ਦੋਸ਼ ਮੁਕਤ ਉਹ ਵੀ ਨਹੀਂ ਹੈਗੇ। ਪਹਿਲਾਂ ਜਿੰਨਾ ਚਿਰ ਉਹਨਾਂ ਨੇ ਇਹਨਾਂ ਦੇ ਰਾਹੀਂ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਚਿਰ ਤੱਕ ਸਾਰਾ ਕੁਝ ਸਹੀ ਸੀ, ਸਹੀ ਲੱਗਦਾ ਸੀ ਇਹਨਾਂ ਨੂੰ। ਤੇ ਜਿਹੜੇ ਸਿੱਖ ਉਦੋਂ ਕਹਿੰਦੇ ਸੀਗੇ ਵੀ ਭਾਈ ਇਹ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਸਰਕਾਰ ਦੇ ਸਾਹਮਣੇ ਲਿਜਾ ਕੇ ਸਾਰਾ ਸੋਮੇ ਜਿਹੜੇ ਆ ਸਿੱਖਾਂ ਦੇ ਉਹ ਰੱਖੇ ਹੋਏ ਨੇ, ਉਲਟਾ ਸਿੱਖਾਂ ਦੇ ਉਲਟ ਵਰਤਾ ਰਹੇ ਹੋ ਉਹਨਾਂ ਨੂੰ, ਉਹਨੇ ਚਿਰ ਤੱਕ ਤਾਂ ਉਹਨਾਂ ਸਾਰਿਆਂ ਨੂੰ ਸੱਤਾ ਦੀ ਨਸ਼ੇ ਦੇ ਵਿੱਚ ਆਏ ਹੋਏ ਨਿਸ਼ਾਨਾ ਬਣਾਉਂਦੇ ਸੀਗੇ। ਪਰ ਅੱਜ ਸਭ ਤੋਂ ਵੱਧ ਰੌਲਾ ਉਹੀ ਪਾ ਰਹੇ ਆ। ਬੇਸ਼ੱਕ ਗੱਲ ਕੋਈ ਵੀ ਕਰ ਰਿਹਾ ਹੋਵੇ, ਦੋਸ਼ ਮੁਕਤ ਨਾ ਵੀ ਹੋਵੇ, ਪਰ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ ਉਹ ਬਿਲਕੁਲ ਸਹੀ ਹੈ। ਔਰ ਉਹਨਾਂ ਦੇ ਗੱਲ ਕਰਨ ਦਾ ਮਤਲਬ ਇਹ ਹੈ ਕਿ ਹੁਣ ਗੱਲ ਹੋਰ ਵੀ ਜ਼ਿਆਦਾ ਅਗਲੇ ਪੱਧਰ ਦੇ ਉੱਪਰ ਚਲੀ ਗਈ ਹੈ।
ਸੋ ਇਸ ਸਾਰੇ ਕਾਸੇ ਦੇ ਵਿੱਚ ਸਾਡੇ ਸਾਹਮਣੇ ਚੁਣੌਤੀਆਂ ਜਿਹੜੀਆਂ ਨੇ ਉਹ ਪਹਿਲਾਂ ਨਾਲੋਂ ਵੀ ਵਿਆਪਕ ਰੂਪ ਦੇ ਵਿੱਚ ਆ ਕੇ ਖੜੀਆਂ। ਇੱਕ ਗੱਲ ਇਹ ਬਹੁਤ ਮਹੱਤਵਪੂਰਨ ਸਮਝਣ ਵਾਲੀ ਹੈਗੀ, ਆਪਾਂ ਆਪਣੀ ਗੱਲਬਾਤ ਜਿਹੜੀ ਆ ਉਹ ਨੇੜੇ ਲਾਉਂਦੇ ਹਾਂ, ਉਹ ਇਹ ਹੈਗੀ ਕਿ ਦੁਨੀਆ ਨੂੰ ਸਦਾ ਸਰੀਰ ਨਾਲ ਜੋ ਵਾਪਰਦਾ ਉਹੀ ਦਿਸਦਾ। ਤੁਹਾਡੀਆਂ ਜੜ੍ਹਾਂ ਦੇ ਨਾਲ ਜੋ ਕੁਝ ਵਾਪਰ ਰਿਹਾ ਆ ਉਹ ਦੁਨੀਆ ਨੂੰ ਜੇ ਦਿਸਦਾ ਵੀ ਹੋਵੇ ਤੇ ਉਹਦੇ ਵੱਲ ਤਵੱਜੋ ਨਹੀਂ ਦਿੰਦੇ, ਕਿਉਂਕਿ ਜਿੰਨੀਆਂ ਵੱਡੀਆਂ ਤਾਕਤਾਂ ਨੇ ਇਹਨਾਂ ਸਾਰਿਆਂ ਨੇ ਕਲਚਰਲ ਜੈਨੋਸਾਈਡ ਨੂੰ ਜੈਨੋਸਾਈਡ ਦੀ ਪਰਿਭਾਸ਼ਾ 'ਚ ਸ਼ਾਮਲ ਨਹੀਂ ਹੋਣ ਦਿੱਤਾ। ਕਿਉਂਕਿ ਜਿਹੜੇ ਮਾੜੇ ਮੁਲਕ ਆ ਉਹ ਫਿਜ਼ੀਕਲ ਜੈਨੋਸਾਈਡ ਦਾ ਕਰ ਸਕਦੇ ਆ, ਉਹ ਕਲਚਰਲ ਜੈਨੋਸਾਈਡ ਕਰ ਸਕਣ ਇੰਨੇ ਜ਼ਿਆਦਾ ਸਰੋਤ ਨਹੀਂ ਹੁੰਦੇ ਉਹਨਾਂ ਦੇ ਕੋਲ। ਸੋ ਜਿੰਨੀਆਂ ਸੋ ਕਾਲਡ ਡਿਵੈਲਪਡ ਕੰਟਰੀਜ਼ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਜਿਹੜਾ ਕਲਚਰਲ ਜੈਨੋਸਾਈਡ ਹੁੰਦਾ ਉਹ ਜ਼ਿਆਦਾਤਰ ਇਹਨਾਂ ਦੇ ਵੱਲੋਂ ਕੀਤਾ ਜਾਂਦਾ, ਔਰ ਉਹ ਇੰਨਾ ਜ਼ਿਆਦਾ ਖਤਰਨਾਕ ਹੁੰਦਾ ਕਿ ਉਹਦੀ ਕਦੇ ਬਾਤ ਵੀ ਨਹੀਂ ਪੈਂਦੀ, ਉਹਦੀ ਕਿਤੇ ਗੱਲ ਵੀ ਨਹੀਂ ਚੱਲਦੀ। ਜੋ ਕੁਝ ਜਿਨ੍ਹਾਂ ਥਾਵਾਂ ਦੇ ਉੱਪਰ, ਚਲੋ ਅਸੀਂ ਨਸਲਵਾਦ ਦੇ ਵਿੱਚ ਯਕੀਨ ਨਹੀਂ ਰੱਖਦੇ, ਪਰ ਸਮਝਣ ਦੇ ਵਾਸਤੇ ਗੱਲ ਕਰ ਲੈਂਦੇ ਕਿ ਗੋਰੀ ਨਸਲ ਵਾਲਿਆਂ ਨੇ ਜਿੰਨੀਆਂ ਥਾਵਾਂ ਦੇ ਉੱਪਰ ਜਾ ਕੇ ਉੱਥੋਂ ਦੇ ਲੋਕਾਂ ਨੂੰ ਖਤਮ ਕੀਤਾ, ਜਿਸ ਤਰੀਕੇ ਦੇ ਨਾਲ ਉਹ ਕਿੰਨਾ ਵਿਆਪਕ ਕਲਚਰਲ ਜੈਨੋਸਾਈਡ ਉਹ ਸੀਗਾ, ਜੇ ਆਪਾਂ ਕਾਨੂੰਨ ਦੀ ਟਰਮੀਨੋਲੋਜੀ ਦੇ ਵਿੱਚ ਗੱਲ ਕਰਨੀ ਹੋਵੇ, ਉਹਦੀ ਕਿੰਨੀ ਕੁ ਗੱਲ ਹੁੰਦੀ ਹੈ ਦੁਨੀਆ ਦੇ ਵਿੱਚ। ਤੇ ਕੀ ਉਹਨੂੰ ਰਵਾਂਡਾ, ਯੂਗੋਸਲਾਵੀਆ ਤੇ ਨਾਜ਼ੀਜ਼ ਦੇ ਕਤਲੇਆਮ ਦੇ ਬਰਾਬਰ ਰੱਖ ਕੇ ਦੇਖਿਆ ਜਾਂਦਾ? ਕਿ ਇਹ ਮੰਨਿਆ ਜਾਂਦਾ ਉਸ ਤਰੀਕੇ ਦੇ ਨਾਲ ਪੋਸਟ ਹਿਊਮਸ ਟਰਾਇਲ ਚਲਾਉਣ ਦੀ ਗੱਲ ਚੱਲਦੀ ਹੈ ਜਿਸ ਤਰੀਕੇ ਦੇ ਨਾਲ ਸਰੀਰਕ ਨਸਲਕੁਸ਼ੀ ਦੇ ਮਾਮਲੇ ਦੇ ਵਿੱਚ ਚੱਲਦੀ ਹੋਵੇ? ਉਹ ਨਹੀਂ ਚੱਲਦੀ, ਉਹ ਇਸੇ ਕਰਕੇ ਨਹੀਂ ਚੱਲਦੀ। ਸੋ ਇਹ ਇੱਕ ਗੱਲ ਤਾਂ ਇਹ ਹੈਗੀ। ਫਿਰ ਤੁਸੀਂ ਦੇਖੋ ਕਿ ਜਿਹੜਾ ਨਸ਼ਿਆਂ ਦੇ ਰਾਹੀਂ ਹੈ, ਉਹ ਵੀ ਇੰਟਰਨੈਸ਼ਨਲ ਲਾਅ ਕਮਿਸ਼ਨ ਦੀ ਇਹ ਰਿਕਮੈਂਡੇਸ਼ਨ ਸੀਗੀ ਕਿ ਨਸ਼ਿਆਂ ਨੂੰ ਨਸਲਕੁਸ਼ੀ ਦੇ ਟੂਲ ਦੇ ਵਜੋਂ ਇਹਦੀ ਪਰਿਭਾਸ਼ਾ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ। ਉਹ ਵੀ ਵੱਡੇ ਮੁਲਕਾਂ ਨੇ ਨਹੀਂ ਹੋਣ ਦਿੱਤੀ, ਕਿਉਂਕਿ ਜਿੱਦਾਂ ਦਾ ਯੂਨਾਈਟਿਡ ਨੇਸ਼ਨਸ ਦਾ ਸਿਸਟਮ ਹੈ ਉਹਦੇ ਵਿੱਚ ਵੋਟਾਂ ਪੈਣੀਆਂ ਸੀਗੀਆਂ, ਉਹਨਾਂ ਵੋਟਾਂ ਦੇ ਦੌਰਾਨ ਥੋੜ੍ਹੀਆਂ ਜਿਹੀਆਂ ਵੋਟਾਂ ਤੋਂ ਸ਼ਾਮਲ ਹੋਣੋਂ ਰਹਿ ਗਿਆ। ਹਾਲਾਂਕਿ ਚੀਨ ਦੇ ਵਿੱਚ ਫਿਰੰਗੀ ਨੇ ਜੋ ਕੁਝ ਕੀਤਾ ਸੀਗਾ, ਓਪੀਅਮ ਵਾਰ ਜਿਹਨੂੰ ਕਹਿੰਦੇ ਆ, ਜਿਹੜੀ ਉੱਥੇ ਅਫੀਮ ਦਾ ਇੱਕ ਮਤਲਬ ਬੜਾ ਵੱਡਾ ਚੱਕਰ ਚੱਲਿਆ ਸੀਗਾ ਸਾਰਾ, ਕਿ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਿਸਤੋ ਨਾਬੂਦ ਕੀਤਾ ਗਿਆ ਸੀਗਾ, ਉਹ ਸਾਰੀ ਮਿਸਾਲ ਸਾਹਮਣੇ ਪਈ ਹੋਈ ਸੀਗੀ। ਔਰ ਇੰਟਰਨੈਸ਼ਨਲ ਲਾਅ ਕਮਿਸ਼ਨ ਨੇ ਆਪਣੀ ਰਿਕਮੈਂਡੇਸ਼ਨ ਦੇ ਵਿੱਚ ਬਕਾਇਦਾ ਉਹਦਾ ਜ਼ਿਕਰ ਕੀਤਾ ਸੀਗਾ, ਉਹਦੇ ਬਾਵਜੂਦ ਉਹ ਸ਼ਾਮਲ ਨਹੀਂ ਹੋਈ। ਸੋ ਇਸ ਕਰਕੇ ਸਾਨੂੰ ਇਹ ਗੱਲ ਸਮਝਣੀ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਕਿ ਘੱਟੋ ਘੱਟ ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਸਰੀਰਕ ਘਾਣ ਤੋਂ ਇਲਾਵਾ ਕਿਹੜੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਖੜੀਆਂ ਨੇ। ਕਿਉਂਕਿ ਇਹ ਕੋਈ ਢਹਿੰਦੀ ਕਲਾ 'ਚ ਲਿਜਾਣ ਵਾਲੀ ਗੱਲ ਨਹੀਂ ਗੀ, ਜਾਂ ਇਹ ਦਿਖਾਉਣਾ ਕਿ ਇੱਦਾਂ ਦਬਾਇਆ ਜਾ ਰਿਹਾ। ਬੁਨਿਆਦੀ ਗੱਲ ਇਹ ਆ ਕਿ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਦੇ ਵਾਸਤੇ ਇਹ ਜ਼ਰੂਰੀ ਹੈ ਕਿ ਪਹਿਲਾਂ ਤੁਹਾਨੂੰ ਉਹਦੀ ਜਾਣਕਾਰੀ ਹੋਵੇ, ਫਿਰ ਤੁਹਾਨੂੰ ਉਹਦੀ ਸਮਝ ਹੋਵੇ, ਤੁਸੀਂ ਇਸ ਗੱਲ ਨੂੰ ਤਸਲੀਮ ਕਰੋ, ਫਿਰ ਉਹਦੇ ਵਿੱਚੋਂ ਤੁਹਾਡਾ ਜਿਹੜਾ ਰਿਸਪੌਂਸ ਆ ਉਹ ਨਿਕਲ ਕੇ ਸਾਹਮਣੇ ਆਉਣਾ ਹੈ। ਤੇ ਜੇਕਰ ਆਪਾਂ ਕਹੀਏ ਕਿ ਔਖੇ ਹਾਲਾਤਾਂ ਦੇ ਵਿੱਚੋਂ ਨਿਕਲਣਾ ਕਿੱਦਾਂ ਆ, ਉਹ ਤਾਂ ਦੇਖੋ ਮੈਨੂੰ ਲੱਗਦਾ ਕਿ ਇੱਥੇ ਤੁਹਾਡੇ ਨੇੜੇ ਹੀ ਹੈ ਕੋਪਰਹੀੜਾ, ਜਿੱਥੇ ਵੱਡਾ ਘੱਲੂਘਾਰਾ ਵਾਪਰਿਆ ਸੀਗਾ। ਉਸ ਇਤਿਹਾਸ ਦੇ ਪ੍ਰਸੰਗ ਤੋਂ ਵੱਡੀ ਮਿਸਾਲ ਹੋਰ ਕਿਹੜੀ ਦਿੱਤੀ ਜਾ ਸਕਦੀ ਹੈ ਇਸ ਸੰਦਰਭ ਦੇ ਜਾਂ ਇਸ ਪ੍ਰਸੰਗ ਦੇ ਵਿੱਚ, ਕਿ ਜਿਸ ਦਿਨ ਲਗਭਗ ਸਿੱਖਾਂ ਦੀ ਅੱਧੀ ਆਬਾਦੀ ਖਤਮ ਹੋ ਜਾਂਦੀ ਹੈ, ਉਸ ਦਿਨ ਉਹ ਇੱਕ ਅਰਦਾਸ ਕਰਦੇ ਆ ਤੇ ਸੱਚੇ ਪਾਤਸ਼ਾਹ ਦੇ ਕੋਲੋਂ ਬਲ ਮੰਗਦੇ ਆ। ਉਸ ਬਲ ਦਾ ਨਤੀਜਾ ਇਹ ਨਿਕਲਦਾ ਕਿ 8 ਮਹੀਨੇ ਬਾਅਦ ਉਹ ਜਿਹੜਾ ਹਕੂਮਤ ਦਾ ਕੇਂਦਰ ਸੀਗਾ ਲਾਹੌਰ, ਉਹਦੀਆਂ ਕੰਧਾਂ ਨੂੰ ਜਾ ਕੇ ਆਪਦੇ ਘੋੜਿਆਂ 'ਤੇ ਸਵਾਰ ਹੋ ਕੇ ਹੱਥ ਲਾਉਣੇ ਸ਼ੁਰੂ ਕਰ ਦਿੰਦੇ ਆ। ਸੋ ਬੁਨਿਆਦੀ ਗੱਲ ਇਹ ਹੈ ਕਿ ਸਿੱਖਾਂ ਨੂੰ ਨਵੰਬਰ 1984 ਦੇ ਵਿੱਚ ਇਸ ਕਰਕੇ ਖਤਮ ਕੀਤਾ ਗਿਆ ਕਿਉਂਕਿ ਉਹ ਸਿੱਖ ਸੀਗੇ। ਤੇ ਸਾਡੇ ਵਾਸਤੇ ਇਹ ਗੱਲ ਸਭ ਤੋਂ ਵੱਧ ਮਹੱਤਵਪੂਰਨ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਉਹਨਾਂ ਗੱਲਾਂ ਦੇ ਵੱਲ ਧਿਆਨ ਦੇਈਏ ਜਿਹੜੀਆਂ ਗੱਲਾਂ ਸਾਨੂੰ ਸਿੱਖ ਬਣਾਉਂਦੀਆਂ ਨੇ। ਉਹ ਬਿਲਕੁਲ ਮੂਲ ਉਹੀ ਗੱਲਾਂ ਨੇ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ, ਜਿਹਨੂੰ ਅਸੀਂ ਆਪਣੇ ਇਤਿਹਾਸ ਦੇ ਵਿੱਚ ਨਾਮਦਾਨ ਇਸ਼ਨਾਨ ਦੇ ਤੌਰ ਦੇ ਉੱਪਰ ਜਾਂ ਬਾਅਦ ਦੇ ਵਿੱਚ ਉਹਨੂੰ ਅਸੀਂ ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਇਹਦੇ ਤੌਰ ਦੇ ਉੱਪਰ ਯਾਦ ਕਰਦੇ ਹਾਂ। ਅਸੀਂ ਸੇਵਾ ਅਤੇ ਸਿਮਰਨ ਦੀ ਗੱਲ ਕਰਦੇ ਹਾਂ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਮਜ਼ਲੂਮ ਦੀ ਰੱਖਿਆ ਦੀ ਗੱਲ ਕਰਦੇ ਹਾਂ, ਜਰਵਾਣੇ ਦੀ ਭੱਖਿਆ ਦੀ ਗੱਲ ਕਰਦੇ ਹਾਂ, ਖਾਲਸਾ ਜੀ ਦੇ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਹਾਂ। ਸੋ ਇਹਨਾਂ ਦੇ ਅਨੁਸਾਰ ਚੱਲਣ ਦਾ ਯਤਨ ਕਰਨਾ ਹੀ ਇਸ ਸਾਰੇ ਮਸਲੇ ਦਾ ਹੱਲ ਬੁਨਿਆਦੀ ਰੂਪ ਦੇ ਵਿੱਚ ਉੱਥੇ ਪਿਆ ਹੋਇਆ।
ਮੌਕੇ 'ਤੇ ਹਾਲਾਤ ਕਿੱਦਾਂ ਦੇ ਬਣਦੇ ਆ, ਤੁਸੀਂ ਕਿੱਦਾਂ ਦਾ ਰਿਸਪੌਂਸ ਦੇਣਾ ਆ। ਦੇਖੋ ਅਕਾਲ ਪੁਰਖ ਕੋਈ ਕਲਾ ਵਰਤਾ ਦੇਵੇ ਉਹ ਇੱਕ ਅਲੱਗਾ ਗੱਲ ਹੈ, ਨਹੀਂ ਤਾਂ ਜੋ ਕੁਝ ਤੱਤ ਪਿਆ ਹੁੰਦਾ ਆ ਉਹਦੇ ਵਿੱਚੋਂ ਹੀ ਔਖੇ ਸਮੇਂ ਦੇ ਵਿੱਚ ਘੜ ਭੱਜ ਕੇ ਕੁਝ ਸਾਹਮਣੇ ਆਉਣਾ ਹੁੰਦਾ। ਆਪਾਂ ਕਹੀਏ ਵੀ ਬਿਲਕੁਲ ਹੁਣ ਲੱਕੜ ਦੇ ਵਿੱਚੋਂ ਉਹਨੂੰ ਅੱਗ ਦੀ ਕੁਠਾਲੀ 'ਚ ਢਾਲ ਕੇ ਸ਼੍ਰੀ ਸਾਹਿਬ ਨਹੀਂ ਤਿਆਰ ਹੋ ਸਕਦੀ, ਉਹਦੇ ਵਾਸਤੇ ਲੋਹਾ ਹੀ ਚਾਹੀਦਾ ਆ। ਸੋ ਉਹਦੇ ਵਾਸਤੇ ਇੱਕ ਮਾਰਗ ਜਿਹੜਾ ਆ ਉਹ ਗੁਰੂ ਸਾਹਿਬ ਨੇ ਆਪਾਂ ਨੂੰ ਦਰਸਾਇਆ ਆ, ਉਹਨਾਂ ਬੁਨਿਆਦੀ ਗੁਣਾਂ ਨੂੰ ਧਾਰਨ ਕਰਨ ਦਾ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ। ਅਤੇ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਨੇ, ਜੋ ਕੁਝ ਵਾਪਰਿਆ ਉਹਨੂੰ ਜਾਣਨ ਸਮਝਣ ਦੇ, ਯਾਦ ਕਰਨ ਦੇ, ਇਹ ਨਿਰੰਤਰ ਜਾਰੀ ਰੱਖਣੇ ਚਾਹੀਦੇ ਆ। ਗੁਰੂ ਮਹਾਰਾਜ ਮਿਹਰ ਕਰੇ। ਕਹਿੰਦਿਆਂ ਹੋਇਆਂ ਕੁਝ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਖਿਮਾ ਦਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।